ਪੰਜਾਬੀ ਸਾਹਿਤ ਦਾ ਧਰੂ ਤਾਰਾ, ਇੱਕ ਸਾਹਿਤ ਦੀ ਸਦੀ ਤੇ ਸਾਹਿਤ ਦਾ ਉਹ ਸ਼ਹਿਸਵਾਰ ਜਿਸ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਅਨੇਕਾਂ ਪੁਸਤਕਾਂ ਪਾਈਆਂ ਅਤੇ ਜੋ ਆਪਣੇ ਨਾਮ ਦੇ ਨਾਲ ਆਪਣੇ ਨਾਮ ਨੂੰ ਸਾਕਾਰ ਕਰਦਾ ਹੋਇਆ ਪੰਜਾਬੀ ਸਾਹਿਤ ਜਗਤ ਦਾ ਉਹ ਤਾਰਾ ਬਣਿਆ ਜਿਸ ਨੂੰ ਵੇਖ ਕੇ ਅੱਜ ਸਾਰੇ ਪੰਜਾਬੀ ਸਾਹਿਤ ਪ੍ਰੇਮੀ ਮਾਣ ਦੇ ਨਾਲ ਉਹਨਾਂ ਦੇ ਅੱਗੇ ਸਰ ਝੁਕਾਉਂਦੇ ਹਨ। ਜੀ ਹਾਂ, ਮੇਰੀ ਮੁਰਾਦ ਹੈ ਸਵਰਗੀ ਸ਼੍ਰੋਮਣੀ ਸਾਹਿਤਕਾਰ ਲੇਖਕ ਸੰਤੋਖ ਸਿੰਘ ਧੀਰ ਹੋਰਾਂ ਤੋਂ। ਸੰਤੋਖ ਸਿੰਘ ਧੀਰ ਹੋਰਾਂ ਦਾ ਇਹ ਵਰ੍ਹਾ ਜਨਮ ਸ਼ਤਾਬਦੀ ਵਰ੍ਹਾ ਹੈ ਤੇ ਅਸੀਂ ਖੁਸ਼ੀ ਲੈ ਰਹੇ ਹਾਂ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਪਾਉਣ ਦੀ। ਆਓ ਸੰਤੋਖ ਸਿੰਘ ਧੀਰ ਹੋਰਾਂ ਦੀ ਜੀਵਨੀ ਦੇ ਉੱਤੇ ਇੱਕ ਝਾਤ ਮਾਰੀਏ। ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਸਵਰਗੀ ਗਿਆਨੀ ਈਸ਼ਰ ਸਿੰਘ ਦਰਦ ਹੋਰਾਂ ਦੇ ਘਰ ਮਾਤਾ ਸਵਰਗੀ ਜਮਨਾ ਦੇਵੀ ਦੀ ਕੁੱਖੋਂ ਹੋਇਆ। ਇਹਨਾਂ ਦਾ ਜਨਮ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਸ਼ਹਿਰ ਵਿਖੇ ਹੋਇਆ। ਇਹਨਾਂ ਦਾ ਜੱਦੀ ਪਿੰਡ ਡਡਹੇੜੀ ਮੰਡੀ ਗੋਬਿੰਦਗੜ੍ਹ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਹੈ। ਇਹਨਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਅਤੇ ਗਿਆਨੀ ਕਰਨ ਉਪਰੰਤ ਕੁਝ ਸਮਾਂ ਅਧਿਆਪਨ ਕਾਰਜ ਵਿੱਚ ਵੀ ਲੱਗੇ ਰਹੇ। ਪਰ ਬੜਾ ਔਖਾ ਹੁੰਦਾ ਹੈ ਕਿਸੇ ਵੀ ਲੇਖਕ ਦੇ ਲਈ ਕੁੱਲ ਵਕਤੀ ਭਾਵ ਕਿ ਫੁੱਲ ਟਾਈਮ ਰਾਈਟਰ ਬਣਨਾ। ਪਰ ਸੰਤੋਖ ਸਿੰਘ ਧੀਰ ਹੋਰਾਂ ਨੇ ਇਹ ਪਿਰਤ ਪਿਛਲੀ ਸਦੀ ਦੇ ਮੱਧ ਦੇ ਵਿੱਚ ਪਾ ਦਿੱਤੀ ਸੀ। ਇਹਨਾਂ ਨੇ ਬਹੁਤ ਕੁਝ ਲਿਖਿਆ, ਇਹਨਾਂ ਦੀ ਕਲਮ ਨਿਰੰਤਰ ਚੱਲਦੀ ਰਹੀ ਹੈ ਅਤੇ ਇਹ ਆਪਣੇ ਆਖਰੀ ਸਮੇਂ ਤੱਕ ਕੁਝ ਨਾ ਕੁਝ ਲਿਖਦੇ ਰਹੇ ਹਨ। ਸੰਤੋਖ ਸਿੰਘ ਧੀਰ ਹੋਰਾਂ ਦਾ ਬਚਪਨ ਅਤੇ ਉਹਨਾਂ ਦਾ ਮੁੱਢਲਾ ਜੀਵਨ ਬਹੁਤ ਹੀ ਸੰਘਰਸ਼ਸ਼ੀਲ ਰਿਹਾ। ਭਾਵੇਂ ਕਿ ਸਾਨੂੰ ਪਤਾ ਹੈ ਕਿ ਉਸ ਵਕਤ ਭਾਰਤ ਆਜ਼ਾਦੀ ਦੇ ਰਾਹ ਦੇ ਉੱਤੇ ਸੀ, ਅੰਗਰੇਜ਼ਾਂ ਦਾ ਗੁਲਾਮ ਸੀ ਅਤੇ ਇਸ ਦੇ ਨਾਲ ਨਾਲ ਤੰਗੀਆਂ ਤਰੁੱਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਗੁਜ਼ਰਦਾ ਹੋਇਆ ਮਾਰੂਥਲ ਦੇ ਵਿੱਚ ਇੱਕ ਅਜਿਹਾ ਫੁੱਲ ਬਣ ਕੇ ਸੰਤੋਖ ਸਿੰਘ ਧੀਰ ਖਿੜਿਆ ਕਿ ਉਸ ਦੀ ਮਹਿਕ ਅੱਜ ਤੱਕ ਸਾਨੂੰ ਸਾਰਿਆਂ ਨੂੰ ਮਹਿਕਾ ਰਹੀ ਹੈ। ਸਾਹਿਤ ਦੀ ਰਚਨਾ ਬੜਾ ਔਖਾ ਕਾਰਜ ਹੁੰਦਾ ਹੈ। ਇਸ ਦੇ ਲਈ ਜਿੱਥੇ ਤਨ ਮਨ ਨੂੰ ਸਾਧ ਕੇ ਲਿਖਣਾ ਪੈਂਦਾ ਹੈ, ਉੱਥੇ ਨਾਲ ਦੀ ਨਾਲ ਤੁਹਾਨੂੰ ਆਪਣੇ ਪੇਟ ਦੀ ਅੱਗ ਬੁਝਾਉਣ ਦੇ ਲਈ ਵੀ ਯਤਨਸ਼ੀਲ ਰਹਿਣਾ ਪੈਂਦਾ ਹੈ। ਸਾਹਿਤਕਾਰ ਬਣਨਾ ਜਿੱਥੇ ਬਹੁਤ ਔਖਾ ਕੰਮ ਹੁੰਦਾ ਹੈ, ਉੱਥੇ ਕਈ ਅਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਨੂੰ ਇਹ ਗੁੜਤੀ ਮਿਲੀ ਹੁੰਦੀ ਹੈ ਜਾਂ ਇਹ ਕਹਿ ਲਓ ਕਿ ਉਹਨਾਂ ਨੂੰ ਧੁਰੋਂ ਹੀ ਇਹ ਕਾਰਜ ਜਿਹੜਾ ਹੈ ਉਹ ਸਹਿਜ ਸੁਭਾਅ ਉਹਨਾਂ ਦੇ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਸੰਤੋਖ ਸਿੰਘ ਧੀਰ ਦੀਆਂ ਜਿਹੜੀਆਂ ਲਿਖਤਾਂ ਹਨ, ਉਹਨਾਂ ਦਾ ਜਿਹੜਾ ਸਾਹਿਤਕ ਦਰਪਣ ਹੈ ਉਹ ਬਹੁਤ ਵੱਡਾ ਹੈ, ਬਹੁਤ ਵੱਡ ਆਕਾਰੀ ਹੈ। ਜਿੱਥੇ ਉਹਨਾਂ ਨੇ 35 ਤੋਂ 40 ਦੇ ਕਰੀਬ ਕਿਤਾਬਾਂ ਲਿਖੀਆਂ, ਉੱਥੇ ਉਹਨਾਂ ਦੀ ਜਿਹੜੀ ਰਚਨਾ ਹੈ ਉਹਦੇ ਉੱਤੇ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਤੇ ਬਹੁਤ ਸਾਰੇ ਜਿਹੜੇ ਸਾਹਿਤਕਾਰ ਨੇ, ਆਲੋਚਕ ਨੇ ਜਾਂ ਬਹੁਤ ਸਾਰੇ ਜਿਹੜੇ PhD ਕਰਨ ਵਾਲੇ ਵਿਦਿਆਰਥੀ ਨੇ, ਉਹਨਾਂ ਨੇ ਪਰਚੇ ਵੀ ਲਿਖੇ ਤੇ ਉਹਨਾਂ ਦੀ ਜਿਹੜੀ ਹੈ ਤੁਲਨਾਤਮਕ ਤੇ ਆਲੋਚਨਾਤਮਕ ਅਧਿਐਨ ਉਹਨਾਂ ਦੀਆਂ ਰਚਨਾਵਾਂ ਦਾ ਕੀਤਾ ਤੇ ਬਹੁਤ ਸਾਰੀਆਂ ਪੁਸਤਕਾਂ ਵੀ ਲਿਖੀਆਂ। ਉਹਨਾਂ ਦੀ ਸਭ ਤੋਂ ਪਹਿਲੀ ਕਿਤਾਬ ਗੁੱਡੀਆਂ ਪਟੋਲੇ 1944 ਦੇ ਵਿੱਚ ਛਪੀ ਸੀ। ਪਉ ਫਟਾਲਾ ਅਤੇ ਧਰਤੀ ਮੰਗਦੀ ਮੀਂਹ ਵੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲੇ, ਕੌਦਰੇ ਦਾ ਮਹਾਗੀਤ, ਇਹ ਇਹਨਾਂ ਦੀਆਂ ਕਾਵ ਪੁਸਤਕਾਂ ਸਨ। ਕਹਾਣੀ ਸੰਗ੍ਰਹਿ ਉਹਨਾਂ ਦਾ ਪਹਿਲਾ ਸਿੱਟਿਆਂ ਦੀ ਛਾਂ 1950 ਵਿੱਚ, ਸਵੇਰ ਹੋਣ ਤੱਕ 1955 ਵਿੱਚ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼, ਊਸ਼ਾ ਭੈਣ ਜੀ ਚੁੱਪ ਸਨ, ਪੱਖੀ,
ਇੱਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ ਕਹਾਣੀ ਸੰਗ੍ਰਹਿ ਤੇ ਇਹਨਾਂ ਦੇ ਨਾਵਲ ਦੋ ਫੁੱਲ 1963 ਵਿੱਚ ਆਇਆ। 1973 ਵਿੱਚ ਉਹ ਦਿਨ, ਯਾਦਗਾਰ, ਮੈਨੂੰ ਇੱਕ ਸੁਪਨਾ ਆਇਆ, ਹਿੰਦੁਸਤਾਨ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ 2005 ਦੇ ਵਿੱਚ ਇਹਨਾਂ ਦਾ ਨਾਵਲ ਛਪਿਆ। ਇਹਨਾਂ ਦਾ ਸਫ਼ਰਨਾਮਾ 1978 ਵਿੱਚ ਮੇਰੀ ਇੰਗਲੈਂਡ ਯਾਤਰਾ ਬਹੁਤ ਮਕਬੂਲ ਹੋਇਆ। ਇਹਨਾਂ ਦੀਆਂ ਚਿੱਠੀਆਂ ਫੁੱਲਾਂ ਨਾਲ ਗੱਲਾਂ 1993 ਵਿੱਚ ਕਿਤਾਬ ਦੇ ਰੂਪ ਵਿੱਚ ਆਈ ਤੇ ਇਹਨਾਂ ਦੀ ਜੀਵਨੀ ਬ੍ਰਹਸਪਤੀ 1998 ਵਿੱਚ ਛਪੀ। ਇਹਨਾਂ ਦੀ ਸਾਹਿਤਕ ਜੀਵਨੀ ਮੇਰੀ ਕਲਮ 1994 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਪਹੁੰਚੀ। ਇਹਨਾਂ ਨੇ ਬਹੁਤ ਸਾਰੀਆਂ ਨਿਬੰਧ ਦੀਆਂ ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਵਿੱਚ ਕਾਲੀਆਂ ਹਵਾਵਾਂ ਵਿੱਚ 1996 ਵਿੱਚ ਛਪੀ, 4 ਵਰ੍ਹੇ 2001 ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਸਮੇਂ ਇਹ ਕਿਤਾਬਾਂ ਛਪੀਆਂ ਸਨ। ਤੇ ਇਹਨਾਂ ਨੂੰ ਡਾਇਰੀ ਲਿਖਣ ਦਾ ਵੀ ਮੁੱਢ ਤੋਂ ਹੀ ਸ਼ੌਕ ਸੀ ਤੇ ਇਹਨਾਂ ਦੀ ਡਾਇਰੀ ਦੀ ਕਿਤਾਬ ਝਾੜੀਆਂ ਦੇ ਫੁੱਲ 2004 ਦੇ ਵਿੱਚ ਛਪੀ। ਜਦੋਂ ਕੋਈ ਲੇਖਕ ਲਿਖਦਾ ਹੈ ਜਾਂ ਉਹ ਆਪਣੀ ਕਲਮ ਨੂੰ ਚਲਾਉਂਦਾ ਹੈ ਤਾਂ ਇਹ ਇਨ ਵਿਨ ਕਲਮ ਨੂੰ ਚਲਾਉਣਾ ਖੇਤ ਦੇ ਵਿੱਚ ਹਲ ਵਾਹੁਣ ਦੇ ਬਰਾਬਰ ਹੁੰਦਾ ਹੈ। ਜਿਵੇਂ ਇੱਕ ਕਿਸਾਨ ਖੇਤੀ ਕਰਦੇ ਵਕਤ ਕੁਝ ਬੀਜ ਬੀਜਦਾ ਹੈ ਤੇ ਉਹ ਬੂਟੇ ਬਣਦੇ ਨੇ, ਫਲ ਫੁੱਲ ਲੱਗਦੇ ਨੇ, ਤੇ ਇਸੇ ਤਰ੍ਹਾਂ ਇੱਕ ਲੇਖਕ ਜਦੋਂ ਆਪਣੀ ਕਲਮ ਦੇ ਨਾਲ ਪੰਨਿਆਂ ਦੇ ਉੱਤੇ ਸਿਆਹ ਮੋਤੀਆਂ ਵਰਗੇ ਅੱਖਰਾਂ ਦੇ ਬੀਜ ਬੀਜਦਾ ਹੈ ਤਾਂ ਉਹ ਰਚਨਾਵਾਂ ਦਾ, ਕਿਤਾਬਾਂ ਦਾ ਰੂਪ ਧਾਰਨ ਕਰਦੀ ਹੈ, ਗ੍ਰੰਥ ਬਣਦੀ ਹੈ ਤੇ ਫਿਰ ਉਹ ਕਿਤਾਬਾਂ, ਪੁਸਤਕਾਂ ਪਾਠਕਾਂ ਦੀ ਕਚਹਿਰੀ ਵਿੱਚ ਪ੍ਰਵਾਨ ਚੜ੍ਹਦੀਆਂ ਨੇ ਤੇ ਸਫ਼ਰ ਜਿਹੜਾ ਹੈ ਉਹ ਇਸੇ ਤਰ੍ਹਾਂ ਲੋਕ ਸਾਹਿਤ ਦਾ ਸਫ਼ਰ ਅੱਗੇ ਚੱਲਦਾ ਹੈ। ਸੋ ਇਹਨਾਂ ਨੇ ਪੰਜਾਬ ਦੀਆਂ ਕਹਾਣੀਆਂ 1952 ਤੋਂ ਲੈ ਕੇ 53 ਦੇ ਦੌਰਾਨ ਜਿਹੜੀਆਂ ਲਿਖੀਆਂ ਸੀ ਦੌਰਾਨ, ਉਹਦੇ ਉੱਤੇ ਕਿਤਾਬ ਇਹਨਾਂ ਦੀ ਆਈ। ਲੋਕ ਗੀਤਾਂ ਬਾਰੇ 1953-54 ਛਪੀ ਤੇ ਇਹਨਾਂ ਦੀਆਂ ਜਿਹੜੀਆਂ ਪ੍ਰਤਿਨਿਧ ਰਚਨਾਵਾਂ ਨੇ ਉਹਨਾਂ 'ਚ 1980 ਵਿੱਚ ਇਹਨਾਂ ਨੇ ਮੇਰੀਆਂ ਸ੍ਰੇਸ਼ਟ ਕਹਾਣੀਆਂ ਦੀ ਕਿਤਾਬ ਛਾਪੀ। ਮੇਰੀ ਪ੍ਰਤਿਨਿਧ ਰਚਨਾ 1991 'ਚ, ਲਿਖ ਰਿਹਾ ਧੀਰ 1999 'ਚ, ਸੰਤੋਖ ਸਿੰਘ ਧੀਰ ਦੀਆਂ 51 ਕਹਾਣੀਆਂ 2002 ਦੇ ਵਿੱਚ ਛਪੀਆਂ। ਮਿੱਸੇ ਦਾਣੇ 2002 ਦੇ ਵਿੱਚ ਪਾਠਕਾਂ ਦੀ ਝੋਲੀ 'ਚ ਪਈ। ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ, ਰਚਨਾਵਾਂ ਦਾ ਉਲਥਾ ਵੀ ਹੋਇਆ, ਟਰਾਂਸਲੇਸ਼ਨ ਵੀ ਹੋਈ ਹੈ ਤੇ ਕਬੀਰ ਰਚਨਾਵਲੀ 1967 ਦੇ ਵਿੱਚ ਹਿੰਦੀ ਦਾ ਨਾਵਲ, ਯਾਦਗਾਰ 2003 ਵਿੱਚ, ਨਇਆ ਜਨਮ, ਨਵਾਂ ਜਨਮ ਜਿਹੜਾ ਸੀ ਉਹਦਾ ਨਇਆ ਜਨਮ 2005 ਦੇ ਵਿੱਚ ਹਿੰਦੀ ਦੇ ਵਿੱਚ ਉਲਥਾ ਹੋਇਆ ਤੇ ਬਹੁਤ ਸਾਰੀਆਂ ਟੈਲੀਫਿਲਮਾਂ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਦੇ ਉੱਤੇ ਆਧਾਰਿਤ ਬਣੀਆਂ ਨੇ। ਕੋਈ ਇੱਕ ਸਵਾਰ, ਇਹ ਦੂਰਦਰਸ਼ਨ ਵੱਲੋਂ ਬਣਾਈ ਗਈ, ਮੰਗੋ ਇਹ ਵੀ ਦੂਰਦਰਸ਼ਨ ਵੱਲੋਂ ਬਣਾਈ ਗਈ ਅਤੇ ਪੱਖੀ ਇਹ ਵੀ ਦੂਰਦਰਸ਼ਨ ਵੱਲੋਂ ਇਹਦਾ ਨਿਰਮਾਣ ਕੀਤਾ ਗਿਆ। ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸੰਤੋਖ ਸਿੰਘ ਧੀਰ ਹੋਰਾਂ ਦੇ ਨਾਲ ਮੈਨੂੰ ਵੀ ਕੁਝ ਸਮਾਂ ਉਹਨਾਂ ਦੀ ਜਿਹੜੀ ਹੈ ਰਹਿਨੁਮਾਈ ਦੇ ਵਿੱਚ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ। ਸਰਗੀ ਕਲਾ ਕੇਂਦਰ ਮੋਹਾਲੀ, ਚੰਡੀਗੜ੍ਹ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਮੇਰਾ ਸਫ਼ਰ ਰਿਹਾ, ਉਸ ਦੌਰਾਨ ਸੰਤੋਖ ਸਿੰਘ ਧੀਰ ਅਤੇ ਇਹਨਾਂ ਦੇ ਪਰਿਵਾਰ ਦੇ ਨਾਲ ਇੱਕ ਗੂੜਾ ਨਾਤਾ ਮੇਰਾ ਰਿਹਾ। ਇਹਨਾਂ ਦੇ ਛੋਟੇ ਭਰਾ ਰਿਪੂ ਦਮਨ ਸਿੰਘ ਰੂਪ, ਜੋ ਕਿ ਬਹੁਤ ਆਲਾ ਦਰਜੇ ਦੇ ਜਿੱਥੇ ਕਹਾਣੀਕਾਰ ਹਨ, ਉੱਥੇ ਉਹ ਬਤੌਰ ਵਕੀਲ ਆਪਣੀਆਂ ਸੇਵਾਵਾਂ ਪੰਜਾਬ ਅਤੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਵੀ ਦੇ ਰਹੇ ਨੇ ਤੇ ਉਹਨਾਂ ਦੇ ਸੁਪੁੱਤਰ ਸੰਜੀਵਨ ਸਿੰਘ ਅਤੇ ਰਣਜੀਵਨ ਸਿੰਘ, ਜਿੱਥੇ ਮੇਰੇ ਬਹੁਤ ਨੇੜੇ ਦੇ ਮਿੱਤਰ ਨੇ, ਬੜੇ ਗੂੜੇ ਮਿੱਤਰ ਨੇ, ਉੱਥੇ ਨਾਲ ਦੀ ਨਾਲ ਰੰਗਕਰਮੀ ਅਤੇ ਖੁਦ ਬੜੇ ਅੱਛੇ ਲੇਖਕ ਹਨ ਅਤੇ ਉਹ ਵੀ ਵਕੀਲ ਦੇ ਤੌਰ ਦੇ ਉੱਤੇ ਸੇਵਾਵਾਂ ਜਿਹੜੀਆਂ ਹਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਦੇ ਰਹੇ ਹਨ। ਸੋ ਇਹਨਾਂ ਦੇ ਨਾਟਕੀ ਜਿਹੜੇ ਰੂਪਾਂਤਰਨ ਕੀਤੇ ਗਏ ਨੇ ਉਹਨਾਂ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਕਹਿੰਦੇ ਆ ਕਿ ਕੁਝ ਨਾਟਕਾਂ ਦੇ ਵਿੱਚ ਮੈਨੂੰ ਜਿੱਥੇ ਭਾਗ ਲੈਣ ਦਾ ਮੌਕਾ ਮਿਲਿਆ, ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂ ਉਹਨਾਂ ਦੇ ਨਾਲ ਜੁੜਿਆ ਵੀ ਰਿਹਾ ਸਰਗੀ ਕਲਾ ਕੇਂਦਰ ਮੋਹਾਲੀ ਦੇ ਵੱਲੋਂ। ਡੈਣ ਸੰਜੀਵਨੀ ਜਿਹੜਾ ਇਹਦਾ ਕੀਤਾ ਗਿਆ ਰੂਪਾਂਤਰ,
ਸਰਗੀ ਕਲਾ ਕੇਂਦਰ 1992 ਦੇ ਵਿੱਚ ਇਹ ਸੰਜੀਵਨ ਹੋਰਾਂ ਨੇ ਕੀਤਾ ਸੀ ਅਤੇ ਮੇਰਾ ਉਜੜਿਆ ਗੁਆਂਢੀ ਇਹ ਵੀ ਸੰਜੀਵਨ ਹੋਰਾਂ ਨੇ ਕੀਤਾ। ਸਰਗੀ ਕਲਾ ਕੇਂਦਰ ਵੱਲੋਂ 1993 ਦੇ ਵਿੱਚ ਨਾਟਕ ਖੇਡਿਆ ਗਿਆ। ਕਹਾਣੀ ਇੱਕ ਪਿੰਡ ਦੀ ਸਰਗੀ ਕਲਾ ਕੇਂਦਰ ਵੱਲੋਂ 1996 ਦੇ ਵਿੱਚ ਸਾਂਝੀ ਕੰਧ, ਕੋਈ ਇੱਕ ਸਵਾਰ, ਸਵੇਰ ਹੋਣ ਤੱਕ, ਭੇਤ ਵਾਲੀ ਗੱਲ, ਗੱਲਾਂ ਲਈ ਗੱਲਾਂ, ਇਹ ਕਹਾਣੀਆਂ 'ਤੇ ਆਧਾਰਿਤ ਜਿਹੜੇ ਨਾਟਕ ਹਨ ਉਹਨਾਂ ਨੂੰ ਨਾਟਕੀ ਰੂਪ ਦਿੱਤਾ ਗਿਆ ਅਤੇ ਬਹੁਤਾ ਨਾਟਕੀ ਰੂਪਾਂਤਰਨ ਜਿਹੜਾ ਹੈ ਉਹ ਸੰਜੀਵਨ ਸਿੰਘ ਹੋਰਾਂ ਵੱਲੋਂ ਕੀਤਾ ਗਿਆ, ਜੋ ਕਿ ਜਿੱਥੇ ਇਪਟਾ ਦੇ ਸਿਰਮੌਰ ਆਗੂ ਨੇ ਉੱਥੇ ਨਾਲ ਦੀ ਨਾਲ ਬਹੁਤ ਹੀ ਉੱਚ ਕੋਟੀ ਦੇ ਨਾਟਕਕਾਰ ਅਤੇ ਲੇਖਕ ਹਨ। ਤੋ ਗੱਲ ਆਉਂਦੀ ਹੈ ਕਿਸੇ ਵੀ ਲੇਖਕ ਨੂੰ ਉਸ ਦੇ ਕੀਤੇ ਹੋਏ ਕੰਮ ਦਾ ਮਾਣ ਸਨਮਾਨ ਦੇਣ ਦੀ। ਤੋ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹਨਾਂ ਨੂੰ ਤਾਇਆ ਜੀ ਕਰਕੇ ਜਾਣਦੇ ਸੀ। ਜੀ ਹਾਂ, ਸੰਤੋਖ ਸਿੰਘ ਧੀਰ, ਉਹਨਾਂ ਨੂੰ ਮੈਂ ਆਪਣੇ ਦੋਸਤਾਂ ਦੇ ਕਰਕੇ ਉਹਨਾਂ ਨੂੰ ਤਾਇਆ ਜੀ ਕਰਕੇ ਹੀ ਜਾਣਦਾ ਸੀ। ਤੋ ਸੰਤੋਖ ਸਿੰਘ ਧੀਰ ਹੋਰਾਂ ਦਾ ਇਹ ਮੰਨਣਾ ਸੀ ਕਿ ਕਿਸੇ ਵੀ ਮਾਣ ਸਨਮਾਨ ਜਿਹੜਾ ਹੈ ਦਾ ਸਭ ਤੋਂ ਪਹਿਲਾ ਜਿਹੜਾ ਅਧਿਕਾਰ ਹੈ ਉਹ ਲੇਖਕ ਨੂੰ ਖੁਦ ਹੁੰਦਾ ਹੈ। ਲੇਖਕ ਨੂੰ ਚਾਹੀਦਾ ਕਿ ਉਹ ਆਪਣਾ ਮਾਣ ਸਨਮਾਨ ਖੁਦ ਕਰੇ ਅਤੇ ਜੇਕਰ ਉਹ ਆਪਣੀ ਕਿਸੇ ਲਿਖਤ ਨੂੰ ਦੇਖ ਕੇ ਖੁਸ਼ ਹੁੰਦਾ ਹੈ ਤਾਂ ਉਹ ਉਸ ਦੇ ਲਈ ਉਹ ਮਾਣ ਜਾਂ ਸਨਮਾਨ ਵਾਲੀ ਗੱਲ ਹੁੰਦੀ ਹੈ। ਪਰ ਦੁਨਿਆਵੀ ਦੌਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਇਹ ਮਾਣ ਸਨਮਾਨ ਦਿੰਦੀਆਂ ਹਨ। ਜੀ ਹਾਂ, ਉਹਨਾਂ ਦੇ ਵਿੱਚੋਂ ਇਹਨਾਂ ਨੂੰ 1990 ਦੇ ਵਿੱਚ ਮਨਜੀਤ ਕੌਰ ਯਾਦਗਾਰੀ ਪੁਰਸਕਾਰ ਦਿੱਤਾ ਗਿਆ ਅਤੇ ਪੱਖੀ ਕਹਾਣੀ ਸੰਗ੍ਰਹਿ ਲਈ ਸਾਹਿਤ ਅਕਾਦਮੀ ਦਿੱਲੀ ਵੱਲੋਂ 1996 ਦੇ ਵਿੱਚ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਮਾਣ ਸੰਤੋਖ ਸਿੰਘ ਧੀਰ ਹੋਰਾਂ ਦੀ ਝੋਲੀ ਦੇ ਵਿੱਚ ਪਿਆ। ਜਿੱਥੇ ਸੰਤੋਖ ਸਿੰਘ ਧੀਰ ਆਪਣੇ ਆਪ ਦੇ ਵਿੱਚ ਇੱਕ ਸ਼ਖਸੀਅਤ ਨਾ ਹੋ ਕੇ ਇੱਕ ਸੰਸਥਾ ਸਨ, ਉੱਥੇ ਉਹਨਾਂ ਦੇ ਵੱਲੋਂ ਲਿਖੀਆਂ ਗਈਆਂ ਉਹਨਾਂ ਦੀਆਂ ਅਨੇਕਾਂ ਕਿਤਾਬਾਂ ਅੱਜ ਵੀ ਜਿੱਥੇ ਪਾਠਕਾਂ ਨੂੰ, ਸਾਹਿਤ ਪ੍ਰੇਮੀਆਂ ਨੂੰ ਆਪਣੇ ਨਾਲ ਜੋੜਦੀਆਂ ਹਨ ਅਤੇ ਉੱਥੇ ਨਾਲ ਦੀ ਨਾਲ ਇੱਕ ਜੀਵਨ ਸੇਧ ਦੇਣ ਦਾ ਕੰਮ ਵੀ ਕਰਦੀਆਂ ਹਨ। ਅੱਜ ਅਸੀਂ ਸੰਤੋਖ ਸਿੰਘ ਧੀਰ ਹੋਰਾਂ ਨੂੰ ਉਹਨਾਂ ਦੀ ਜਨਮ ਸ਼ਤਾਬਦੀ ਮੌਕੇ ਯਾਦ ਕਰਦਿਆਂ ਇੱਕ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਉਸ ਦੇ ਵਿੱਚ ਜ਼ਰੂਰ ਸ਼ਾਮਲ ਹੋਵੋਗੇ। ਆਪਣੀ ਵਡਿਆਈ ਆਪ ਕਰਨੀ ਤਾਂ ਹਰ ਕੋਈ ਜਾਣਦਾ ਹੈ, ਪਰ ਅਗਰ ਤੁਹਾਡੇ ਸਮਕਾਲੀ ਅਤੇ ਲੋਕਾਈ ਜਿਹੜੀ ਹੈ ਉਹ ਤੁਹਾਡੀ ਵਾਹ-ਵਾਹ ਔਰ ਤੁਹਾਨੂੰ ਸ਼ਾਬਾਸ਼ ਦੇਵੇ ਜਾਂ ਤੁਹਾਡੇ ਬਾਰੇ ਗੱਲ ਕਰਦਿਆਂ ਮਾਣ ਮਹਿਸੂਸ ਕਰੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਜੀ ਹਾਂ, ਸੰਤੋਖ ਸਿੰਘ ਧੀਰ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਉਹਨਾਂ ਦੇ ਜਾਣ ਮਗਰੋਂ ਵੀ ਉਹਨਾਂ ਦੇ ਬਹੁਤ ਸਾਰੇ ਜਿਹੜੇ ਚਹੇਤੇ, ਉਹਨਾਂ ਦੇ ਸਮਕਾਲੀ ਜਾਂ ਇਹ ਕਹਿ ਲਓ ਕਿ ਉਹ ਲੇਖਕ ਜਿਹੜੇ ਕਿ ਸਿਰਮੌਰ ਲੇਖਕ ਦੇ ਤੌਰ 'ਤੇ ਅੱਜ ਸਾਡੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਮਾਣ ਖੱਟ ਰਹੇ ਹਨ, ਉਹਨਾਂ ਵੱਲੋਂ ਵੀ ਉਹਨਾਂ ਨੂੰ ਕੁਝ ਸ਼ਰਧਾਂਜਲੀਆਂ, ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਚੇਤਿਆਂ ਦੀ ਚੰਗੇਰ ਦੇ ਵਿੱਚੋਂ ਕੁਝ ਗੱਲਾਂ ਪੇਸ਼ ਕਰ ਰਹੇ ਨੇ। ਆਓ ਆਪਾਂ ਹੁਣ ਉਹਨਾਂ ਦੇ ਵਿਚਾਰ ਸੁਣਦੇ ਹਾਂ। ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ। ਇਸ ਪਲ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਸਿੱਧ ਲੇਖਕ, ਮਹਾਨ ਸ਼ਖਸੀਅਤ ਸੰਤੋਖ ਸਿੰਘ ਧੀਰ ਜੀ ਦੇ ਜਨਮ ਸ਼ਤਾਬਦੀ ਦੇ ਮੌਕੇ ਤੇ ਕੁਝ ਵਿਚਾਰ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ। ਇੱਕ ਨਜ਼ਮ ਹੈ ਮੇਰੀ ਕਿ ਮਮਟੀਆਂ ਤੇ ਤਾਂ ਬਥੇਰੇ ਧਰਦੇ ਨੇ ਮਿੱਟੀ ਦੇ ਚਿਰਾਗ, ਕੋਈ ਵਿਰਲਾ ਹੀ ਤੂਫਾਨ ਦੀ ਹਿੱਕ ਤੇ ਆਟੇ ਦੇ ਦੀਵੇ ਬਾਲਦਾ। ਸੰਤੋਖ ਸਿੰਘ ਧੀਰ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਕਲਮ ਦੇ ਰਾਹੀਂ ਸੰਵੇਦਨਾ ਦੇ ਦੀਵੇ ਬਾਲੇ, ਆਪਣੀ ਸ਼ਖਸੀਅਤ ਦੀ ਜੋਤ ਜਗਾ ਕੇ ਰੱਖੀ। ਉਹਨਾਂ ਦੀ ਜੇ ਆਪਾਂ ਲੇਖਣੀ ਬਾਰੇ ਗੱਲ ਕਰੀਏ, ਉਹਨਾਂ ਦੀਆਂ ਲਿਖਤਾਂ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਰੇ ਦਰਜਨਾਂ ਹੀ ਕਹਾਣੀ ਸੰਗ੍ਰਹਿ, ਦਰਜਨਾਂ ਹੀ ਕਵਿਤਾ ਸੰਗ੍ਰਹਿ, ਬਹੁਤ ਸਾਰੇ ਨਾਵਲ, ਸਵੈ ਜੀਵਨੀ, ਸਫ਼ਰਨਾਮੇ, ਹਰ ਵਿਸ਼ੇ ਦੀ ਹਰ ਵਿਧਾ ਤੇ ਉਹਨਾਂ ਨੇ ਆਪਣੀ ਕਲਮ ਦਾ ਰੁਤਬਾ ਵੱਡਾ ਕੀਤਾ।
ਇਸ ਦੇ ਨਾਲ ਹੀ ਉਹਨਾਂ ਦੀ ਜੇ ਸ਼ਖਸੀਅਤ ਬਾਰੇ ਗੱਲ ਕਰੀਏ, ਇੱਕ ਬਹੁਤ ਮਹਾਨ ਸ਼ਖਸੀਅਤ ਸਨ। ਉਹਨਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਸਨ। ਉਹ ਬਹੁਤ ਸਾਰੀਆਂ ਜਿਹੜੀਆਂ ਸਾਹਿਤਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਸਨ। ਕੇਂਦਰੀ ਪੰਜਾਬੀ ਲੇਖ ਸਭਾ ਦੇ ਉਹ 2 ਵਾਰ ਪ੍ਰਧਾਨ ਬਣੇ, 1995 ਤੋਂ 1999 ਤੱਕ। ਇਸੇ ਤਰ੍ਹਾਂ ਰਾਜਨੀਤਿਕ ਧਿਰਾਂ ਨਾਲ ਵੀ ਜੁੜੇ ਰਹੇ। ਆਪਣੀ ਖੱਬੇ ਪੱਖੀ ਵਿਚਾਰਧਾਰਾ ਨੂੰ ਲੈ ਕੇ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਉਹਨਾਂ ਨੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ। ਆਪਣੀਆਂ ਲਿਖਤਾਂ ਵਿੱਚ ਵੀ ਉਹਨਾਂ ਨੇ ਬੜੇ ਬੇਬਾਕ ਹੋ ਕੇ, ਉਂਗਲ ਖੜੀ ਕਰਕੇ ਆਮ ਲਤਾੜੇ ਲੋਕਾਂ ਲਈ ਕੰਮ ਕੀਤਾ, ਕਹਾਣੀਆਂ ਲਿਖੀਆਂ ਤੇ ਉਹਨਾਂ ਦੇ ਆਗੂ ਬਣੇ। ਤੇ ਮੈਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਪੰਜਾਬੀ ਸਾਹਿਤ ਦੇ ਵਿੱਚ ਚੋਣਵੀਆਂ ਹਨ। ਜ਼ਿੰਦਗੀ ਦੇ ਬੂਹੇ ਤੇ ਲਿਖਿਆ ਹੁੰਦਾ ਹੈ ਮੌਤ ਦਾ ਮੁਕੰਮਲ ਸਿਰਨਾਮਾ, ਵੇਖਣਾ ਤਾਂ ਇਹ ਹੈ ਕਿ ਜਿਉਂਦਾ ਕਿਵੇਂ ਰੱਖਣਾ ਹੈ ਮੌਤ ਨੂੰ। ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੀ ਮੌਤ ਨੂੰ ਹਮੇਸ਼ਾ ਲਈ ਜਿਉਂਦਾ ਕਰ ਦਿੱਤਾ ਹੈ। ਆਪਣੇ ਕੰਮਾਂ ਕਰਕੇ, ਆਪਣੀਆਂ ਲਿਖਤਾਂ ਕਰਕੇ, ਆਪਣੀਆਂ ਕਹਾਣੀਆਂ ਕਰਕੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ। ਮੈਂ ਪ੍ਰਧਾਨ ਕੇਂਦਰੀ ਪੰਜਾਬੀ ਲੇਖ ਸਭਾ ਅਤੇ ਸਮੁੱਚਾ ਲੇਖਕ ਭਾਈਚਾਰਾ ਅੱਜ ਉਹਨਾਂ ਨੂੰ ਉਹਨਾਂ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਅਸੀਂ ਯਾਦ ਕਰਦੇ ਹਾਂ ਤੇ ਉਹਨਾਂ ਦੀਆਂ ਲਿਖਤਾਂ ਨੂੰ ਸਲਾਮ ਕਰਦੇ ਹਾਂ ਤੇ ਅਗਲੀਆਂ ਪੀੜ੍ਹੀਆਂ ਵੀ ਉਹਨਾਂ ਦੀਆਂ ਲਿਖਤਾਂ ਤੋਂ ਹਮੇਸ਼ਾ ਲਈ ਸੇਧ ਲੈਂਦੀਆਂ ਰਹਿਣਗੀਆਂ। ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਸੰਤੋਖ ਸਿੰਘ ਧੀਰੋਂ ਨੇ ਆਪਣੇ ਬਾਰੇ ਜਿਹੜੀ ਗੱਲ ਲਿਖੀ ਸੀਗੀ ਉਹਨੂੰ ਬਾਰ-ਬਾਰ ਚੇਤੇ ਕਰਨ ਦੀ ਲੋੜ ਹੈ ਤੇ ਹਰ ਕਲਮ ਦੇ ਸਿਪਾਹੀ ਨੂੰ, ਕਲਮਕਾਰ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜੇ ਅਸੀਂ ਲਿਖਦੇ ਹਾਂ ਤੇ ਅਸੀਂ ਲਿਖਦੇ ਕਾਹਦੇ ਲਈ ਹਾਂ। ਸੰਤੋਖ ਸਿੰਘ ਧੀਰੋਂ ਨੇ ਕਿਹਾ ਸੀਗਾ, ਤੀਲੀ ਬਾਲੀ ਹੈ ਮੈਂ ਮਹਾਂ ਅੰਧਕਾਰ ਵਿੱਚ, ਤੀਲੀ ਵਾਲੀ ਹੈ ਮੈਂ ਮਹਾਂ ਅੰਧਕਾਰ ਵਿੱਚ, ਚਾਨਣ ਕਿੰਨਾ ਕੁ ਹੋਇਆ, ਆਉਣ ਵਾਲਾ ਸੂਰਜ ਇਸ ਦਾ ਉੱਤਰ ਦੇਵੇਗਾ। ਕਿ ਜਦੋਂ ਵੀ ਕਿਧਰੇ ਅਨਿਆਂ ਹੁੰਦਾ ਦੇਖਦੇ ਹੈ, ਮੈਨੂੰ ਯਾਦ ਹੈ ਇੱਕ ਵਾਰ ਚੰਡੀਗੜ੍ਹ ਅਧਿਆਪਕਾਂ ਦੇ ਕਿਸੇ ਮੁਜ਼ਾਹਰੇ 'ਚ ਬਿਨਾਂ ਕਿਸੇ ਕਾਰਨ ਤੋਂ ਪੁਲਿਸ ਨੇ ਉਹਨਾਂ 'ਤੇ ਲਾਠੀਚਾਰਜ ਕੀਤਾ, ਅਧਿਆਪਕਾਂ 'ਤੇ ਜਿਹੜੇ ਆਪਣੀਆਂ ਮੰਗਾਂ ਲਈ ਮੁਜ਼ਾਹਰਾ ਕਰ ਰਹੇ ਸਨ। ਅਤੇ ਉਹ ਉਸ ਵੇਲੇ ਉੱਥੇ ਧੀਰ ਹੋਣੀ ਵੀ ਖੜ੍ਹੇ ਸਨ ਅਤੇ ਧੀਰ ਹੋਰਾਂ ਨੇ ਸ਼ੇਮ ਦੇ ਨਾਅਰੇ ਲਾਏ। ਉਹਨਾਂ ਦੇ ਅੰਦਰਲਾ ਲੇਖਕ ਅਤੇ ਅੰਦਰਲਾ ਇਨਸਾਨ ਜਾਗ ਪਿਆ। ਜਦੋਂ ਉਹ ਜਾਗਿਆ ਅਤੇ ਉਹਨਾਂ ਨੇ ਨਾਅਰੇ ਲਾਏ, ਪੁਲਿਸ ਵਾਲਿਆਂ ਨੇ ਇਸੇ ਦੋਸ਼ ਕਰਕੇ ਕਿ ਭਾਈ ਤੂੰ ਇਹਨਾਂ ਦੀ ਆਵਾਜ਼ ਵਿੱਚ ਕਿਉਂ ਆਵਾਜ਼ ਰਲਾਉਣਾ ਹੈ, ਉਹਨਾਂ ਨੂੰ ਕਈ ਮਹੀਨੇ ਜੇਲ੍ਹ ਲਈ ਨਾਲ ਲੈ ਗਏ ਅਤੇ ਜੇਲ੍ਹ 'ਚ ਕੱਟਣੇ ਪਏ। ਉਹਦੇ ਬਾਰੇ ਬੜੀਆਂ ਗੱਲਾਂ। ਸੰਤੋਖ ਸਿੰਘ ਧੀਰ ਹੋਰਾਂ ਵਾਸਤੇ ਮੇਰੇ ਦਿਲ ਵਿੱਚ ਬਹੁਤ ਕਦਰ, ਬਹੁਤ ਗਹਿਰਾ ਪਿਆਰ ਔਰ ਸਤਿਕਾਰ ਹੈ। ਉਹ ਸਾਡੇ ਮਹਾਨ ਪ੍ਰਤਿਭਾਸ਼ੀਲ ਸਾਹਿਤਕਾਰ ਹਨ। ਕੋਈ ਇੱਕ ਸਵਾਰ ਔਰ ਸਵੇਰ ਹੋਣ ਤੱਕ ਵਰਗੀਆਂ ਤੇ ਹੋਰ ਅਨੇਕਾਂ ਖੂਬਸੂਰਤ ਕਹਾਣੀਆਂ ਦੇ ਸਿਰਜਕ ਔਰ ਨਿੱਕਾ ਸਲੇਟੀ ਸੜਕ ਦਾ ਟੋਟਾ ਜਿਹੀ ਕਵਿਤਾ ਦੇ ਕਵੀ, ਜਿਸ ਕਵਿਤਾ ਵਿੱਚ ਬਹੁਤ ਰਵਾਨੀ, ਬਹੁਤ ਸ਼ਿੱਦਤ ਔਰ ਬਹੁਤ ਪਿਆਰ ਹੈ। ਇਸ ਤਰ੍ਹਾਂ ਹੀ ਯਾਦਗਾਰ ਵਰਗਾ ਨਾਵਲ ਲਿਖਣ ਬਾਰੇ, ਜਿਸ ਬਾਰੇ ਡਾਕਟਰ ਹਰਭਜਨ ਸਿੰਘ ਹੋਣਾ ਨੇ ਕਿਹਾ ਸੀ ਕਿ ਇਹ ਨਾਵਲ ਜਿਵੇਂ ਕਲਮ ਨਾਲ ਨਹੀਂ ਲਿਖਿਆ, ਚਾਨਣ ਦੀ ਲੀਕ ਨਾਲ ਲਿਖਿਆ ਹੋਇਆ ਨਾਵਲ ਹੈ। ਸੋ ਉਸ ਪ੍ਰਤਿਭਾਸ਼ੀਲ, ਉਸ ਮਹਾਨ ਸਾਹਿਤਕਾਰ ਨੂੰ ਯਾਦ ਕਰਦਿਆਂ ਮੇਰਾ ਸਿਰ ਸਤਿਕਾਰ ਨਾਲ ਝੁਕਦਾ ਔਰ ਮੇਰਾ ਦਿਲ ਪਿਆਰ ਨਾਲ ਉਛਲਦਾ। ਔਰ ਸੰਤੋਖ ਸਿੰਘ ਧੀਰ ਹੋਣੀ ਬਹੁਤ ਅਲੱਗ ਸਾਧਨਾ ਦੇ ਬਾਵਜੂਦ ਉਹਨਾਂ 'ਚ ਇੱਕ ਸ਼ਾਹਾਨਾ ਜਮਾਲ ਸੀ। ਪੂਰੇ ਆਤਮ ਸਨਮਾਨ ਨਾਲ ਜ਼ਿੰਦਗੀ ਜੀਵੀ ਉਹਨਾਂ ਨੇ। ਔਰ ਉਹਨਾਂ ਬਾਰੇ ਸੋਚ ਕੇ ਮੈਨੂੰ ਇੱਕ ਉਰਦੂ ਸ਼ੇਰ ਯਾਦ ਆਉਂਦਾ ਕਿ ਐ ਸੁਬਹ ਮੇਰੀ ਗਵਾਹ ਰਹਿਣਾ, ਮੈਂ ਉਮਰ ਭਰ ਰਾਤ ਸੇ ਲੜਾ ਹੂੰ। ਔਰ ਉਹਨਾਂ ਦੀ ਆਪਣੀ ਕਵਿਤਾ ਦੀ ਇੱਕ ਸਤਰ ਵੀ ਹੈ ਕਿ ਮੈਂ ਦੀਵੇ ਵਾਂਗ ਬਲਿਆ ਹਾਂ। ਤਾਂ ਮੈਨੂੰ ਕਈ ਵਾਰ ਉਹਨਾਂ ਦੀ ਜਿਹੜੀ ਉੱਠੀ ਹੋਈ ਉਂਗਲ, ਬੜੀ ਮਸ਼ਹੂਰ ਉਹਨਾਂ ਦਾ ਪੋਜ਼ ਹੁੰਦਾ ਸੀ ਗੱਲਬਾਤ ਵੇਲੇ, ਉਹ ਉਂਗਲ ਮੈਨੂੰ ਦੀਵੇ ਦੀ ਲਾਟ ਦਾ ਹੀ ਇੱਕ ਪ੍ਰਤੀਕ ਲੱਗਦੀ ਹੈ, ਦੀਵੇ ਦੀ ਜੋਤ ਦੀ ਨੁਮਾਇੰਦਗੀ ਕਰਦੀ ਉਹ ਲੱਗਦੀ ਹੈ।
ਤਾਂ ਉਹਨਾਂ ਨੇ ਇੱਕ ਇਹੋ ਜਿਹੀ ਜ਼ਿੰਦਗੀ ਜਿਉਈ ਜਿਹੜੀ ਕਿ ਇੱਕ ਯੋਧੇ ਦੀ ਜ਼ਿੰਦਗੀ ਵੀ ਸੀ, ਇੱਕ ਕਲਮ ਦਾ ਯੋਧਾ, ਔਰ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਰਸਿਕ ਵਿਅਕਤੀ ਵੀ ਸੀ, ਇੱਕ ਪ੍ਰੇਮੀ ਵੀ ਸੀ, ਔਰ ਇੱਕ ਬਹੁਤ ਪਿਆਰਾ ਨਿੱਘਾ ਆਪਣਤ ਭਰਿਆ ਦੋਸਤ ਵੀ ਸੀ। ਸੋ ਜਦੋਂ ਵੀ ਉਹਨਾਂ ਨੂੰ ਸੋਚਦੇ ਹਾਂ ਉਸ ਰੋਸ਼ਨ ਦਿਲ ਇਨਸਾਨ ਨੂੰ, ਉਸ ਰੋਸ਼ਨ ਜ਼ਮੀਰ ਇਨਸਾਨ ਨੂੰ, ਤੇ ਮੈਨੂੰ ਇੱਕ ਇਹੋ ਜਿਹੀ ਮੌਜੂਦਗੀ ਮੇਰੇ ਮਨ 'ਚ ਉੱਭਰਦੀ ਆ ਜਿਹਦੇ ਵਿੱਚ ਰੋਸ਼ਨੀ ਵੀ ਸੀ, ਨਿੱਘ ਵੀ ਸੀ ਤੇ ਸੇਕ ਵੀ ਸੀ। ਸੋ ਮੈਂ ਆਪਣੇ ਵੱਲੋਂ ਔਰ ਪੰਜਾਬ ਆਰਟਸ ਕੌਂਸਲ ਵੱਲੋਂ ਉਸ ਮਹਾਨ ਸਾਹਿਤਕਾਰ ਨੂੰ, ਉਸ ਮਹਾਨ ਇਨਸਾਨ ਨੂੰ ਆਪਣਾ ਪਿਆਰ ਔਰ ਸਤਿਕਾਰ ਅਰਪਿਤ ਕਰਦਾ। ਉਹਨਾਂ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਏਗਾ, ਉਹਨਾਂ ਦੇ ਸਾਹਿਤ ਨੂੰ, ਉਹਨਾਂ ਦੇ ਜੀਵਨ ਨੂੰ। ਔਰ ਇਹ ਉਹਨਾਂ ਦਾ ਪ੍ਰਥਮ ਸ਼ਤਾਬਦੀ ਦਾ ਵਰ੍ਹਾ, ਜਿਸ ਵਰ੍ਹੇ ਨੂੰ ਅਸੀਂ ਸਾਰੇ ਹੀ ਬਹੁਤ ਸ਼ਾਨ ਨਾਲ, ਬਹੁਤ ਮਾਣ ਨਾਲ ਔਰ ਬਹੁਤ ਸੂਝ-ਬੂਝ ਨਾਲ ਤੇ ਬਹੁਤ ਸਾਰਥਕਤਾ ਨਾਲ ਇਸ ਵਰ੍ਹੇ ਨੂੰ ਮਨਾਵਾਂਗੇ। ਉਹਨਾਂ ਦੀਆਂ ਕਵਿਤਾਵਾਂ ਨੂੰ ਯਾਦ ਕਰਾਂਗੇ, ਕਹਾਣੀਆਂ ਨੂੰ ਯਾਦ ਕਰਾਂਗੇ, ਨਾਵਲਾਂ ਨੂੰ ਯਾਦ ਕਰਾਂਗੇ, ਉਹਨਾਂ ਦੀ ਸਵੈ ਜੀਵਨੀ ਨੂੰ ਯਾਦ ਕਰਾਂਗੇ, ਉਹਨਾਂ ਦੀ ਵਾਰਤਕ ਨੂੰ ਯਾਦ ਕਰਾਂਗੇ, ਔਰ ਉਹਨਾਂ ਦੇ ਸੁਭਾਅ ਨੂੰ, ਉਹਨਾਂ ਦੀਆਂ ਗੱਲਾਂ ਨੂੰ, ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਪਿਆਰ ਨੂੰ ਔਰ ਉਹਨਾਂ ਦੀ ਸਮੁੱਚੀ ਸ਼ਖਸੀਅਤ ਦੇ ਨਿੱਘ ਨੂੰ ਯਾਦ ਕਰਾਂਗੇ। ਪਾਪਾ ਜੀ ਵੱਲੋਂ ਜਿੰਨਾ ਵੀ ਸਾਹਿਤ ਰਚਿਆ ਗਿਆ ਹੈ, ਉਹ ਸਾਡੇ ਕੋਲ ਲਗਭਗ 50 ਪੁਸਤਕਾਂ ਦੀ ਸ਼ਕਲ ਦੇ ਵਿੱਚ ਮਿਲਦਾ ਹੈ। 2010 ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਤੇ ਉਹਦੇ ਤੋਂ ਬਾਅਦ ਮੈਂ ਆਪਣੇ ਪਿਤਾ ਸਰਦਾਰ ਰਿਪੁਦਮਨ ਸਿੰਘ ਰੂਪ ਜੀ ਨੂੰ ਇੱਕ ਫਾਈਲ ਦੇ ਵਿੱਚ ਚਿੱਠੀਆਂ ਨੂੰ ਦੇਖਦੇ ਹੋਏ ਮੈਂ ਕਾਫੀ ਦੇਰ ਦੇਖਦਾ ਰਿਹਾ। ਮੈਂ ਪੁੱਛਿਆ ਇੱਕ ਦਿਨ, ਮੈਂ ਕਿਹਾ ਵੀ ਡੈਡੀ ਤੁਸੀਂ ਕੀ ਚਿੱਠੀਆਂ ਨੇ, ਕਿਸ ਦੀਆਂ ਨੇ? ਉਹ ਕਹਿੰਦੇ ਵੀ ਇਹ ਚਿੱਠੀਆਂ ਤੇਰੇ ਤਾਇਆ ਜੀ ਧੀਰ ਸਾਹਿਬ ਦੀਆਂ ਚਿੱਠੀਆਂ ਨੇ, ਜਿਹੜੀਆਂ ਉਹਨਾਂ ਨੇ 1974-75 ਦੌਰਾਨ ਜਦੋਂ ਧੀਰ ਸਾਹਿਬ ਇੰਗਲੈਂਡ ਰਹੇ ਲਗਭਗ 1 ਸਾਲ, ਉੱਥੋਂ ਡੈਡੀ ਨੂੰ ਚਿੱਠੀਆਂ ਲਿਖੀਆਂ ਸੀ। ਤੇ ਮੇਰੀ ਥੋੜੀ ਜਿਗਿਆਸਾ ਵਧੀ ਵੀ ਬਹੁਤ ਪੁਰਾਣੇ ਡਾਕੂਮੈਂਟਸ ਨੇ, ਮੈਂ ਦੇਖਾਂ। ਮੈਂ ਜਦੋਂ ਉਹਨਾਂ ਨੂੰ ਦੇਖਣ ਲੱਗ ਗਿਆ ਤਾਂ ਉਹਦੇ ਵਿੱਚ ਮੈਂ ਹੈਰਾਨ ਰਹਿ ਗਿਆ ਵੀ ਉਸ ਵੇਲੇ ਦੇ ਸਮਾਜਿਕ ਜੋ ਸਰੋਕਾਰ ਨੇ, ਜੋ ਸਾਹਿਤਕ ਸਰੋਕਾਰ ਨੇ, ਜੋ ਰਾਜਨੀਤਿਕ ਸਰੋਕਾਰ ਨੇ, ਉਹ ਸਭ ਉਸ ਚਿੱਠੀਆਂ ਦੇ ਵਿੱਚ ਸਮੋਏ ਹੋਏ ਸੀ। ਉਹਦੇ ਵਿੱਚ ਬੜੀਆਂ ਬੇਬਾਕ ਟਿੱਪਣੀਆਂ ਉਸ ਵੇਲੇ ਦੇ ਸਾਹਿਤਕ ਜਿਹੜੇ ਵੱਡੇ ਸ਼ਖਸੀਅਤਾਂ ਸਨ ਉਹਨਾਂ ਬਾਰੇ। ਤੇ ਸਭ ਤੋਂ ਵੱਡਾ ਇੱਕ ਜਿਹੜਾ ਮੈਨੂੰ ਪੱਖ ਉਹਨਾਂ ਚਿੱਠੀਆਂ 'ਚ ਨਜ਼ਰ ਆਇਆ ਵੀ ਉਹਨਾਂ ਦਾ ਡੈਡੀ ਦੇ ਪ੍ਰਤੀ ਇੱਕ ਐਸਾ ਵਿਸ਼ਵਾਸ ਜਿਹੜਾ ਸੀਗਾ ਵੀ ਘਰ ਦੇ ਮਾਮਲਿਆਂ 'ਚ, ਕਿਉਂਕਿ ਬਹੁਤ ਗਰੀਬੀ ਸੀ ਘਰ ਦੇ ਵਿੱਚ, ਉਹਨਾਂ ਨੇ ਛੋਟੀਆਂ ਚੀਜ਼ਾਂ ਦਾ ਇੰਗਲੈਂਡ ਬੈਠੇ ਫਿਕਰ ਕਰਨਾ ਵੀ ਮੈਂ ਤੈਨੂੰ ਰੀਪੇ ਇੰਨੇ ਡਾਲਰ ਜਾਂ ਇੰਨੇ ਪਾਉਂਡ ਮੈਂ ਤੈਨੂੰ ਭੇਜ ਰਿਹਾ, ਇਹਦੇ ਇੰਨੇ ਪੈਸੇ ਬਣਨਗੇ ਤੇ ਤੂੰ ਫਲਾਣਾ ਕਰਜ਼ਾ ਪੂਰਾ ਕਰਨਾ, ਕਣਕ ਲੈ ਲੈਣੀ ਹੈ, ਮੱਝ ਨੂੰ ਆਹ ਚੀਜ਼ ਕਰਨਾ। ਉਹ ਸਾਰਾ ਜਿਹੜੇ ਘਰ ਦਾ ਫਿਕਰ, ਮੈਂ ਹੈਰਾਨ ਵੀ ਇੱਕ ਐਡੇ ਵੱਡੇ ਰਾਈਟਰ ਨੇ, ਇੰਗਲੈਂਡ 'ਚ ਬੈਠੇ ਨੇ, ਜਦੋਂ ਬੰਦਾ ਬੇਫਿਕਰੀ 'ਚ ਆ ਸਕਦਾ ਹੈ, ਪਰ ਉਸ ਵੇਲੇ ਉਹ ਆਪਣਾ ਘਰ ਦਾ, ਪਰਿਵਾਰ ਦਾ ਫਿਕਰ ਕਰ ਰਹੇ ਨੇ ਔਰ ਡੈਡੀ ਦੇ ਉੱਪਰ ਅਥਾਹ ਵਿਸ਼ਵਾਸ ਕਰਕੇ ਉਹ ਜਿੰਨਾ ਵੀ ਪੈਸਾ ਹੈ, ਜੋ ਵੀ ਉੱਥੋਂ ਦੀ ਮਾਇਕ ਮਦਦ ਹੈ, ਉਹ ਉਹਨਾਂ ਦੇ ਰਾਹੀਂ ਖਰਚ ਕਰ ਰਹੇ ਨੇ। ਤਾਂ ਇਹ ਚੀਜ਼ ਮੈਨੂੰ ਬਹੁਤ ਵੱਡੀ ਇਸ ਚੀਜ਼ ਲੱਗੀ। ਫਿਰ ਉਹਨਾਂ ਚਿੱਠੀਆਂ ਦਾ ਮੁਲਾਂਕਣ ਜਦੋਂ ਮੈਂ ਕਰਨ ਲੱਗਿਆ, ਮੈਂ ਕਿਹਾ ਵੀ ਇਹ ਚਿੱਠੀਆਂ ਸਾਨੂੰ, ਕਿਉਂਕਿ ਸਾਡੀ ਗਰੀਬੀ ਦੀ ਗੱਲ ਕਰਦੀਆਂ, ਪਰਿਵਾਰਕ ਨਿੱਜੀ ਚਿੱਠੀਆਂ ਨੇ, ਵੀ ਕੀ ਇਹ ਆਪਾਂ ਇਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਈਏ? ਤੇ ਅਸੀਂ ਸ਼ਾਮ ਸਿੰਘ ਜੀ ਨਾਲ ਗੱਲ ਕੀਤੀ, ਅੰਗ ਸਿੰਘ ਜੀ ਨਾਲ। ਉਹ ਕਹਿੰਦੇ ਬਿਲਕੁਲ, ਇਹ ਬਹੁਤ ਬਾਕਮਾਲ ਚਿੱਠੀਆਂ ਨੇ, ਇੱਕ ਬਹੁਤ ਵੱਡੀ ਪਰਸਨੈਲਿਟੀ ਦੀਆਂ ਚਿੱਠੀਆਂ ਲਿਖੀਆਂ ਹੋਈਆਂ ਨੇ। ਇਹ ਸ਼ਾਇਦ ਇਹ ਪੰਜਾਬੀ ਸਾਹਿਤ ਜਗਤ ਦੇ ਵਿੱਚ ਵੀ ਇੱਕ ਲਿਖਾ ਯਤਨ ਹੋਵੇ ਜੇ ਉਹਨਾਂ ਦੀ ਇੱਕ ਅਸੀਂ ਕੰਪਾਈਲੇਸ਼ਨ ਜਿਹੜੀ ਹੈ ਉਹ ਕਰੀਏ। ਇਹ ਜ਼ਿੰਮਾ ਫਿਰ ਮੈਂ ਲਿਆ। ਉਹਨਾਂ ਚਿੱਠੀਆਂ ਨੂੰ ਮੈਂ ਪੜ੍ਹਿਆ, ਉਹਨਾਂ ਚਿੱਠੀਆਂ ਨੂੰ ਹੂਬਹੂ ਅਸੀਂ ਉਸ ਤਰ੍ਹਾਂ ਹੀ ਟਾਈਪ ਕਰਵਾ ਕੇ ਉਹਨੂੰ ਇੱਕ ਕਿਤਾਬ ਦੀ ਸ਼ਕਲ ਦੇ ਕੇ, ਜਿਹਦਾ ਅਸੀਂ ਟਾਈਟਲ ਰੱਖਿਆ ਜਿਵੇਂ ਰਾਮ ਨੂੰ ਲਛਮਣ ਸੀ। ਇਹ ਕਿਉਂ ਰੱਖਿਆ ਇਹਦਾ ਟਾਈਟਲ? ਕਿਉਂਕਿ ਮੇਰੇ ਤਾਇਆ ਜੀ ਧੀਰ ਸਾਹਿਬ ਨੇ ਜਦੋਂ ਆਪਣੀ ਸਵੈ ਜੀਵਨੀ ਲਿਖੀ ਬ੍ਰਹਸਪਤੀ, ਉਹਦੇ ਵਿੱਚ ਇੱਕ ਕਾਂਡ ਸੀ ਮੇਰੇ ਪਿਤਾ ਜੀ ਬਾਰੇ, ਜਿਵੇਂ ਰਾਮ ਨੂੰ ਲਛਮਣ ਸੀ। ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਮੈਂ, ਚਾਹੇ ਮੇਰੇ ਹੋਰ ਭੈਣ ਭਰਾ ਨੇ, ਪਰ ਮੈਨੂੰ ਸਭ ਤੋਂ ਵੱਧ ਜਿਹੜਾ ਵਿਸ਼ਵਾਸ ਹੈ ਉਹ ਮੈਨੂੰ ਆਪਣੇ ਇਸ ਭਰਾ ਜਿਹੜਾ ਜਿਹਨੂੰ ਰੀਪਾ ਕਹਿੰਦੇ ਸੀ ਉਹ, ਤੇ ਉਹਦੇ 'ਤੇ ਵਿਸ਼ਵਾਸ ਸੀ ਉਹਨਾਂ ਨੂੰ। ਉਹਨਾਂ ਨੇ ਉਹ ਕਾਂਡ ਲਿਖਿਆ। ਉਸੇ ਭਾਵਨਾ ਦੇ ਤਹਿਤ ਇਹ ਫਿਰ ਜਿਹੜੀਆਂ ਚਿੱਠੀਆਂ ਦਾ ਸੰਗ੍ਰਹਿ ਮੈਂ ਕੰਪਾਈਲ ਕੀਤਾ, ਉਹਦਾ ਨਾਂ ਵੀ ਜਿਵੇਂ ਰਾਮ ਨੂੰ ਲਛਮਣ ਸੀ ਰੱਖਿਆ ਗਿਆ। ਸੰਤੋਖ ਸਿੰਘ ਧੀਰ ਪੰਜਾਬੀ ਦੇ ਇੱਕ ਬਹੁਤ ਸਤਿਕਾਰੇ ਜਾਂਦੇ ਲੇਖਕ ਸਨ। ਜਦੋਂ ਉਹ ਪੰਜਾਬੀ ਦੀ ਮੂਹਰਲੀ ਸਫ਼ ਵਿੱਚ ਪਹੁੰਚ ਚੁੱਕੇ ਸੀ, ਉਦੋਂ ਮੈਂ ਅਜੇ ਸਾਹਿਤ ਦਾ ਉਡਾੜਾ ਵੀ ਨਹੀਂ ਸੀ ਸਿੱਖਿਆ, ਪਰ ਫਿਰ ਮੈਨੂੰ ਉਹਨਾਂ ਦੇ ਬਹੁਤ ਨੇੜੇ ਹੋਣ ਦਾ ਮਾਣ ਪ੍ਰਾਪਤ ਹੋਇਆ। ਪਹਿਲਾਂ ਸਾਡੀ ਵਾਕਫੀ ਹੋਈ ਜਦੋਂ ਮੈਂ ਲਿਖਣ ਲੱਗਿਆ, ਫਿਰ ਉਹ ਵਾਕਫੀ ਦੋਸਤੀ ਵਿੱਚ ਪਲਟ ਗਈ, ਅਤੇ ਉਹ ਦੋਸਤੀ ਸਾਡੀ ਦੋਨਾਂ ਦੀ ਦੋਸਤੀ ਨਾ ਰਹਿ ਕੇ
ਸਾਡੇ ਦੋਨਾਂ ਦੇ ਪਰਿਵਾਰਾਂ ਦੀ ਇੱਕਮਿਕਤਾ ਵਿੱਚ ਬਦਲ ਗਈ ਤੇ 40 ਸਾਲ ਤੋਂ ਵੱਧ ਦੇ ਸਮੇਂ ਲਈ ਸਾਡੇ ਦੋਨੋਂ ਪਰਿਵਾਰ ਇੱਕ ਦੂਜੇ ਨਾਲ ਬਿਲਕੁਲ ਸਾਂਝ ਵਿੱਚ ਵਿਚਰਦੇ ਰਹੇ। ਇਸ ਲੰਮੇ ਸਮੇਂ ਵਿੱਚ ਮੈਨੂੰ ਉਹਨਾਂ ਨੂੰ ਮਨੁੱਖ ਵਜੋਂ ਵੀ ਦੇਖਣ ਦਾ ਮੌਕਾ ਮਿਲਿਆ ਤੇ ਉਹਨਾਂ ਨੂੰ ਲੇਖਕ ਵਜੋਂ ਵੀ ਬੜਾ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਮਨੁੱਖ ਵਜੋਂ ਬਹੁਤ ਹੀ ਸੁਹਿਰਦ ਔਰ ਪੁਰਖਲੂਸ ਔਰ ਮੋਹ ਕਰਨ ਵਾਲੇ ਮਨੁੱਖ ਸਨ, ਔਰ ਲੇਖਕ ਵਜੋਂ ਉਹਨਾਂ ਦਾ ਇੱਕੋ ਇੱਕ ਹਿੱਤ ਸੀ, ਉਹ ਲੋਕ ਹਿੱਤ ਸੀ। ਜੋ ਵੀ ਉਹਨਾਂ ਨੇ ਲਿਖਿਆ ਉਹ ਲੋਕ ਹਿੱਤ ਦੇ ਪੈਂਤਰੇ ਤੋਂ ਹੀ ਲਿਖਿਆ। ਉਹ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਵੀ ਮੰਨੇ ਗਏ, ਕਵੀ ਵੀ ਮੰਨੇ ਗਏ। ਆਮ ਤੌਰ ਤੇ ਲੇਖਕਾਂ ਨੂੰ ਇੱਕ ਵਿਧਾ ਨਾਲ ਜੋੜ ਲਿਆ ਜਾਂਦਾ ਹੈ, ਪਰ ਉਹ ਇਸ ਪੱਖੋਂ ਬੜੇ ਸੁਭਾਗੇ ਸੀ, ਉਹਨਾਂ ਨੂੰ ਕਵੀ ਤੇ ਕਹਾਣੀਕਾਰ ਦੋਨਾਂ ਵਿਧਾਵਾਂ ਦਾ ਵੱਡਾ ਲੇਖਕ ਮੰਨਿਆ ਗਿਆ। ਉਹਨਾਂ ਨੇ ਜੀਵਨ ਦੇ ਸ਼ੁਰੂ 'ਚ ਹੀ ਲਿਖਣ ਦੇ ਕੁੱਲ ਵਕਤੀ ਲੇਖਕ ਹੋਣ ਦਾ ਫੈਸਲਾ ਕਰ ਲਿਆ ਸੀਗਾ। ਇਹ ਉਹਨਾਂ ਲਈ ਬੜਾ ਇੱਕ ਔਖਾ ਫੈਸਲਾ ਸੀ, ਕਿਉਂਕਿ ਇਹੋ ਜਿਹਾ ਫੈਸਲਾ ਕਿਸੇ ਇਹੋ ਜਿਹੇ ਵਿਅਕਤੀ ਵੱਲੋਂ ਲੈ ਜਾਣਾ ਤਾਂ ਠੀਕ ਹੁੰਦਾ ਜਿਹਦੀ ਕੋਈ ਜ਼ਮੀਨ ਜਾਇਦਾਦ ਹੋਵੇ, ਆਮਦਨ ਦਾ ਕੋਈ ਹੋਰ ਸੋਮਾ ਹੋਵੇ। ਉਹ ਇੱਕ ਕਿਰਤੀ ਪਰਿਵਾਰ ਵਿੱਚ ਜੰਮੇ ਸਨ ਤੇ ਬਿਲਕੁਲ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਪਰਿਵਾਰ ਵਿੱਚ ਇਹੋ ਜਿਹਾ ਫੈਸਲਾ ਇੱਕ ਬੜਾ ਵੱਡਾ ਫੈਸਲਾ ਸੀ। ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਉਹਨਾਂ ਨੇ ਆਪਣੇ ਇਸ ਫੈਸਲੇ ਨੂੰ ਬੜੇ ਧੀਰਜ ਨਾਲ ਸਾਰੀ ਉਮਰ ਨਿਭਾਇਆ, ਔਰ ਉਸ ਵਿੱਚ ਉਹਨਾਂ ਦੀ ਪਤਨੀ ਨੇ ਬੀਬੀ ਸੁਰਿੰਦਰ ਕੌਰ ਨੇ ਪਹਿਲਾਂ ਬੜੀ ਕੁਰਬਾਨੀ ਦੇ ਕੇ ਸਾਥ ਨਿਭਾਇਆ। ਫਿਰ ਉਹਨਾਂ ਦੇ ਬੱਚਿਆਂ ਨੇ ਵੀ ਉਹਨਾਂ ਦੇ ਫੈਸਲੇ ਦੀ ਕਦਰ ਕਰਦਿਆਂ ਉਹਨਾਂ ਦੀ ਹਮੇਸ਼ਾ ਇੱਜ਼ਤ ਕੀਤੀ। ਜਦੋਂ ਕਦੀ ਵੀ ਉਹਨਾਂ ਦੇ ਸਾਹਮਣੇ ਇਹੋ ਜਿਹਾ ਸਵਾਲ ਆਇਆ ਕਿ ਇੱਕ ਪਾਸੇ ਪੈਸਾ ਹੈ, ਇੱਕ ਪਾਸੇ ਲੋਕ ਹਿੱਤ ਹੈ, ਉਹਨਾਂ ਨੇ ਹਮੇਸ਼ਾ ਲੋਕ ਹਿੱਤ ਉੱਤੇ ਹੀ ਪਹਿਰਾ ਦਿੱਤਾ। ਇਸੇ ਕਰਕੇ ਪੰਜਾਬੀ ਸਾਹਿਤ ਦੇ ਲੰਮੇ ਇਤਿਹਾਸ ਵਿੱਚ ਉਹਨਾਂ ਦਾ ਜਿਹੜਾ ਸਥਾਨ ਹੈ ਉਹ ਅਮਰ ਸਥਾਨ ਹੈ। ਜਦੋਂ ਤੱਕ ਪੰਜਾਬੀ ਸਾਹਿਤ ਰਹੇਗਾ ਉਦੋਂ ਤੱਕ ਸੰਤੋਖ ਸਿੰਘ ਧੀਰ ਦਾ ਨਾਂ ਰਹੇਗਾ। ਪਾਪਾ ਜੀ ਦਾ ਸੁਭਾਅ ਦੀਆਂ ਮੈਂ ਗੱਲਾਂ ਕਰਾਂਗਾ। ਉਹਨਾਂ ਦਾ ਜਿਹੜਾ ਸੁਭਾਅ ਇੰਨਾ ਨਰਮ ਤੇ ਇੰਨਾ ਚੰਗਾ ਸੀਗਾ, ਉਹਨਾਂ ਨੇ ਕਦੇ ਵੀ ਜ਼ਿੰਦਗੀ ਵਿੱਚ ਬੱਚਿਆਂ ਦੇ ਕਦੇ ਕੋਈ ਲੱਫੜ ਨਹੀਂ ਮਾਰਿਆ ਹੋਣਾ, ਕਦੇ ਵੀ। ਇਹ ਗੱਲ ਮੇਰੇ ਤਾਂ ਇਹ ਤੁਹਾਨੂੰ ਮੈਂ ਦੱਸ ਰਿਹਾ ਵੀ ਕਿਹੋ ਜਿਹਾ ਉਹਨਾਂ ਦਾ ਸੁਭਾਅ ਸੀਗਾ। ਇਹ ਬਹੁਤ ਛੋਟੀ ਜਿਹੀ ਗੱਲ। ਬੱਚੇ ਛੋਟੇ ਛੋਟੇ ਤੇ ਉਹਨਾਂ ਦੇ ਪੋਤੇ ਪੋਤਰੀਆਂ, ਉਹਨਾਂ ਨੇ ਸਕੂਲੋਂ ਆਉਣਾ 2 2.5 3 4 ਸਾਲ ਦੇ ਬੱਚੇ, ਉਹਨਾਂ ਨੇ ਆ ਕੇ ਪਾਪਾ ਜੀ ਨੂੰ ਦੇਖਣਾ ਵੀ ਬੈਠੇ ਲਿਖਦੇ ਨੇ, ਐਂ ਕਰਕੇ ਹੱਥ ਕੋਲੋਂ ਜਦੋਂ ਵੀ ਲਿਖਦੇ ਤੇ ਨਾਲ ਕਲਮ ਨਾਲ ਹੱਥ ਉਹਨਾਂ ਟੇਬਲ ਉੱਤੇ ਮਾਰਦੇ ਰਹਿ ਜਾਂਦੇ। ਬੱਚਿਆਂ ਨੇ ਦੇਖੀ ਜਾਣਾ ਕੀ ਗੱਲ ਪਾਪਾ ਜੀ ਐਂ ਹੱਥ ਕਿਉਂ ਮਾਰਦੇ ਨੇ ਟੇਬਲ 'ਤੇ, ਵੀ ਉਹ ਲਿਖ ਰਹੇ ਨੇ ਪੜ੍ਹ ਰਹੇ ਨੇ। ਜਦੋਂ ਵੀ ਉਹਨਾਂ ਨੇ ਕੋਈ ਉਹ ਕਰਨਾ ਉਹਨਾਂ ਦੇ ਨਾਲ ਉਹਨਾਂ ਨੇ ਹੱਥ ਲਿਖਣਾ, ਨਾਲ ਉਹ ਪ੍ਰੂਫ ਪੜ੍ਹਦੇ ਆਪਣਾ ਹੱਥ ਚਲਾਉਂਦੇ ਸੀਗੇ। ਉਹ ਐਂ ਟਿਕੇ ਹੋਏ ਆਪਣੇ ਮਨ ਨਾਲ ਉਹਨਾਂ ਨੇ ਕੰਮ ਕਰੀ ਜਾਣਾ, ਬੱਚੇ ਜੋ ਮਰਜ਼ੀ ਕਰੀ ਜਾਣ। ਕਦੇ ਉਹਨਾਂ ਨੇ ਜ਼ਿੰਦਗੀ 'ਚ ਇਹ ਦੇਖਿਆ ਨਹੀਂ ਵੀ ਕਿਆ ਹੈ। ਬੱਚਿਆਂ ਨਾਲ ਦਾ ਪਿਆਰ ਦੀ ਮੈਂ ਗੱਲ ਦੱਸੀ ਵੀ ਉਹਨਾਂ ਦਾ ਸੁਭਾਅ ਕਿੰਨਾ ਨਰਮ ਸੀ। ਇੱਕ ਵਾਰ ਕਿਆ ਹੋਇਆ ਵੀ ਚੈੱਕ ਆਇਆ ਪਿਆ, ਚਿੱਠੀ ਡਾਕ ਪੱਤਰ ਆ ਜਾਂਦਾ ਜੀ ਆਪੇ ਹੀ ਦੁਪਹਿਰ ਦਾ ਟਾਈਮ ਪਏ ਦੇ ਪਾਸਾ ਲਈ। ਬੱਚੇ ਆ ਗਏ ਸਕੂਲੋਂ, ਆ ਕੇ ਉੱਥੇ ਕੱਪੜੇ ਉੱਪੜੇ ਲਾਹੇ, ਉੱਤੇ ਬੈਠੇ। ਜਦ ਦੇਖਿਆ ਪਾਪਾ ਜੀ ਦੀ ਕੁਰਸੀ ਖਾਲੀ ਹੈ, ਉੱਤੇ ਬੈਠ ਕੇ ਘੜੀਸ ਕੇ ਉੱਪਰ ਚੱਕ ਕੇ ਛੋਟੇ ਨੇ ਪੈਨ ਚੱਕਿਆ, ਲਿਖਣਾ ਸ਼ੁਰੂ ਕਰਤਾ। ਪਾਪਾ ਜੀ ਮੜਾ ਪੁੱਛਿਆ ਵੀ ਕੌਣ ਹੈ? ਮੈਂ ਆ ਪਾਪਾ ਜੀ। ਕਹਿੰਦਾ ਅੱਛਾ ਕੀ ਕਰਦਾ? ਬਸ ਮੈਂ ਲਿਖ ਰਿਹਾ, ਪੜ੍ਹ ਰਿਹਾ। ਇੰਨਾ ਕਿਹਾ ਨਹੀਂ, ਉਹਨਾਂ ਨੇ ਚੱਕਿਆ ਪੈਨਸਲ ਨਾਲ ਚੱਕੀ, ਉਹਨਾਂ ਦੀ ਕਾਟਾ ਮਾਰ ਉੱਤੇ ਮਾਰ, ਪਾੜ ਕੇ ਕਾਗਜ਼ ਥੱਲੇ ਸਿੱਟਦੇ ਟੋਕਰੀ 'ਚ। ਵਿੱਚੇ ਇੱਕ ਚੈੱਕ ਆਇਆ ਹੋਇਆ 1200-1500 ਦਾ ਚੈੱਕ ਆਇਆ ਹੋਇਆ, ਉਹ ਵੀ ਨਾਲ ਹੀ ਪਾੜ ਕੇ ਵੀ ਸਿੱਟਦਾ। ਉੱਠੇ ਵੀ ਇਹ ਕੀ ਹੋ ਗਿਆ? ਕਹਿੰਦੇ ਤੁਸੀਂ ਤਾਂ ਵੀ ਪਾੜ ਕੇ ਐਂ ਸਿੱਟ ਦਿੰਦੇ ਹੋ, ਮੈਂ ਤਾਂ ਲਿਖ ਰਿਹਾ ਸੀ, ਮੈਂ ਤਾਂ ਪੜ੍ਹ ਕੇ ਥੱਲੇ ਸਿੱਟਦੇ। ਪਾੜਿਆ ਤੁਸੀਂ ਵੀ ਪਾੜ ਦਿੰਦੇ ਹੋ ਕਾਗਜ਼। ਕਹਿੰਦਾ ਮੈਂ ਇਹ ਚੈੱਕ ਬੇਟੇ ਪੜ੍ਹਦਾ, ਮੈਂ ਤਾਂ ਲਿਫਾਫਾ ਹੋਇਆ ਕੋਈ ਫਾਲਤੂ ਚੀਜ਼ ਹੋਈ ਉਹ ਪਾੜ ਕੇ ਥੱਲੇ ਸਿੱਟਦਾ। ਚਲੋ ਫਿਰ ਫੋਨ ਕਰਕੇ ਦੁਬਾਰਾ ਦੱਸਿਆ, ਚੈੱਕ ਦੁਬਾਰਾ ਬਣਿਆ ਤੇ ਆਇਆ। ਇਹਨਾਂ ਬੱਚਿਆਂ ਨਾਲ ਪਿਆਰ ਤੇ ਕਦੇ ਵੀ ਉਹਨਾਂ ਨੇ ਘੂਰੇ ਨਹੀਂ ਹੈਗੇ ਬੱਚਿਆਂ ਨੂੰ। ਘਰ ਦੇ ਵਿੱਚ ਠਾਠ ਬਾਠ ਜਿਹੇ ਜਿਹੇ ਬਾਹਰ ਦੇ ਹੋਏ ਜੀ ਅੰਦਰ ਤੇ ਐਨ ਆਪਣਾ ਆਨੰਦ ਪਸੰਦ ਹੋ ਕੇ ਨਹਾ ਕੇ ਪੱਗ ਬੰਨ੍ਹਣ ਦੀ ਗੱਲ ਕਰਦੇ ਹਾਂ। ਉਹਨਾਂ ਦੀ ਪੱਗ ਦੇ ਸਾਨੂੰ ਪਤਾ ਹੈ ਵੀ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੀ ਪੱਗ ਤਿਆਰ ਕਰਕੇ ਦਿੰਦੇ ਤੇ। ਉਹ ਸ਼ਹਿਰ ਵਿੱਚ ਆ ਕੇ ਉਹ ਜ਼ਮਾਨਾ ਬਦਲ ਗਿਆ, ਉਹ ਮਾਵੇ ਵਾਲੀ ਪੱਗ ਬੰਨ੍ਹਦੇ ਤੇ, ਬਾਹਰ ਕੋਈ ਮਿਲਦਾ ਨਹੀਂ ਸੀ। ਫਿਰ ਬੀਬੀ ਨੇ ਅਸੀਂ ਰਲ ਕੇ ਉਹਨਾਂ ਨੇ ਆਪੇ ਉਹ ਕਰਕੇ ਉਹਦਾ ਮਾਵਾ ਤਿਆਰ ਕਰਨਾ, ਫਿਰ ਪੱਗ ਡਬੋ ਕੇ ਉਹਨੂੰ ਸੁਕਾਉਣੀ,
ਅੱਛਾ ਕਦੇ ਉਹ ਵੱਧ ਹੋ ਜਾਵੇ, ਕਦੇ ਘੱਟ ਹੋ ਜਾਵੇ, ਕਦੇ ਮਾਵਾ ਦਿਸਣ ਲੱਗ ਜਾਵੇ, ਕਦੇ ਟਾਈਟ ਜ਼ਿਆਦਾ ਹੋ ਗਈ, ਕਦੇ ਘੱਟ ਹੋ ਗਈ। ਇਹ ਸਮੱਸਿਆ ਜਿੰਨੀ ਦੇਰ ਆਏ ਨੇ ਤਾਂ ਉਹ ਚੱਲਦੀ ਹੋ ਰਹੀ ਹੈ। ਉਹ ਮੇਰੇ ਗੱਲ ਤਾਂ ਯਾਦ ਆ ਗਈ, ਉਹ ਪੱਗ ਤੋਂ ਵੀ ਉਹ ਇੰਨੀ ਸਖਤ ਕੰਮ ਦੀ, ਹਜੇ ਵੀ ਉਹਨਾਂ ਦੀ ਪੱਗ ਮੇਰੇ ਕੋਲ ਪਈ ਆ, ਉਦੋਂ ਹੀ ਬੰਨੀ ਹੋਈ। 15 ਦਿਨ ਪਹਿਲਾਂ ਪੱਗ ਬੰਨੀ ਤੀ ਉਹਨਾਂ ਨੇ, ਬਈ ਮੈਂ ਜਾਣਾ, ਤਿਆਰ ਕਰਕੇ ਰੱਖੋ ਇਹ। ਉਹ ਧੋ ਕੇ ਫਿਰ ਉਹਨਾਂ ਨੇ ਬੰਨੀ, ਬੈਠ ਕੇ ਤਿਆਰ ਕਰੀ, ਸੁੱਕ ਗਈ, ਫਿਰ ਐਂ ਲਾਹ ਕੇ ਕਹਿੰਦੇ ਅਲਮਾਰੀ 'ਚ ਰੱਖ ਦਿਓ। ਅਲਮਾਰੀ 'ਚ ਪਈ ਤੀ, ਉਹੀ ਪੱਗ ਦਿੱਤੀ ਫਿਰ ਉਹਨਾਂ ਨੂੰ, ਅਜੇ ਵੀ ਪਈ ਹੈ ਮੇਰੇ ਕੋਲ। ਇਸ ਸੁਭਾਅ ਦੇ ਬਹੁਤ ਨਰਮ ਵੀ, ਬਹੁਤ ਸਖਤ, ਸਖਤੀ ਔਰ ਨਰਮੀ, ਕਮਿਟਮੈਂਟ ਐਸੀ, ਜਿਹੜੀ ਗੱਲ ਕਹਿੰਦੇ ਤੇ ਉਹ ਪੂਰੀ ਸਿਰੇ ਤੱਕ ਲਾਉਂਦੇ ਤੇ। ਉਹਨਾਂ ਨੂੰ ਮੈਂ ਲੜਦੇ ਦੇਖਿਆ, ਉਹਨਾਂ ਨੂੰ ਮੈਂ ਇੰਨਾ ਗੁੱਸੇ ਹੁੰਦਾ ਦੇਖਿਆ, ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ। ਇੱਕ ਵਾਰ ਉਹ ਪ੍ਰਧਾਨ ਬਣ ਗਏ ਇੱਥੇ ਸਭਾ ਚੰਡੀਗੜ੍ਹ ਵਿੱਚ ਰੱਖੀ ਹੋਈ ਉਹਨਾਂ ਨੇ, ਵੀ ਇੱਥੇ ਮੈਂ ਉਹ 2 ਸਾਲਾਂ ਬਾਅਦ ਇਹਦੀ ਕਾਨਫਰੰਸ ਕਰਾਉਣੀ ਹੈ। ਕਾਨਫਰੰਸ ਦਾ ਉਹ ਹਾਲ, ਸਾਰਾ ਟੱਬਰ, ਅਸੀਂ ਚਾਚੇ ਵਿੱਚੇ, ਤਾਏ ਵਿੱਚੇ, ਪੁਰਾਣੇ ਢੰਗਾੜੇ, ਅਸੀਂ ਸਾਰੇ ਉਹਨਾਂ ਦੇ ਨਾਲ ਜੁੱਧੇ। ਹਰ ਬੰਦਾ ਹਰ ਫਰੰਟ ਦੇ ਉੱਤੇ ਉਹਨਾਂ ਦੇ ਨਾਲ ਖੜਿਆ ਤੇ ਉਹ ਕਾਮਯਾਬ ਕਰੀ। ਸਵਰਗੀ ਸੰਤੋਖ ਸਿੰਘ ਧੀਰ ਪੰਜਾਬੀ ਦੇ ਉਹ ਲੇਖਕ ਸਨ ਜਿਨ੍ਹਾਂ ਨੂੰ ਨਿਮਾਣਿਆਂ ਦਾ ਮਾਣ ਕਰਨਾ ਆਉਂਦਾ ਸੀ, ਨਤਾਣਿਆਂ ਦਾ ਤਾਣ ਤੇ ਵੱਡਿਆਂ ਦਾ ਆਸ਼ੀਰਵਾਦ, ਇੱਕ ਅਗਵਾਈ ਜਿਹੜੀ ਵੱਡੇ ਕਰ ਸਕਦੇ ਆ ਆਪਣੇ ਯੁਵਕਾਂ ਵਾਸਤੇ, ਉਹ ਅਗਵਾਈ ਉਹ ਦਿੰਦੇ ਰਹੇ। ਮੇਰੇ ਨਾਲ ਉਹਨਾਂ ਦਾ ਤਾਲੁਕ ਜਿਹੜਾ ਹੈ ਉਹ 15 ਸਾਲ ਤੱਕ ਦਾ ਸਾਥ ਜਿਹੜਾ ਨਿਭਿਆ, ਅੱਜ ਵੀ ਸਾਥ ਹੈ, ਪਰ ਉਹ ਰਚਨਾਵਾਂ ਦੇ ਤੌਰ ਤੇ, ਉਹਨਾਂ ਦੀਆਂ ਲਿਖਤਾਂ ਦੇ ਤੌਰ ਤੇ, ਕਿਤਾਬਾਂ ਦੇ ਤੌਰ ਤੇ ਸਾਡੇ ਨਾਲ ਉਹ ਅੱਜ ਵੀ ਸਾਡੇ ਸਾਥੀ ਨੇ। ਪਰ ਜਿੰਨੀ ਐਪਰੀਸ਼ੀਏਸ਼ਨ, ਹੱਲਾਸ਼ੇਰੀ ਉਹਨਾਂ ਨੇ ਮੈਨੂੰ ਦਿੱਤੀ, ਔਰ ਮੇਰੇ ਬਾਰੇ ਇੱਕ ਕਹਾਣੀ ਪੱਕਾ ਰਾਗ ਉਹਨਾਂ ਨੇ ਲਿਖੀ ਜਿਹਦੀ ਬਹੁਤ ਚਰਚਾ ਹੋਈ। ਇਸ ਤੋਂ ਇਲਾਵਾ ਮੈਨੂੰ ਉਹਨਾਂ ਦੀਆਂ ਯਾਦਾਂ ਤੇ ਉਹਨਾਂ ਦੇ ਅੰਗ ਸੰਗ ਰਹਿਣ ਦੇ ਨਾਲ ਕਰਕੇ ਇੱਕ ਕਿਤਾਬ ਮੇਰੇ ਹਿੱਸੇ ਦਾ ਧੀਰ ਜਿਹੜੀ ਹੈ ਮੈਂ ਰਚਿਤ ਕੀਤੀ, ਤਾਂ ਉਹਨਾਂ ਨੂੰ ਬੜੀ ਖੁਸ਼ੀ ਹੋਈ ਸੀ। ਪਰ ਮੰਦਭਾਗਾ ਇਹ ਸਮਾਂ ਆਇਆ ਕਿ ਉਹਨਾਂ ਨੇ ਛੇਤੀ ਹੀ ਉਸ ਤੋਂ ਬਾਅਦ ਸੰਸਾਰ ਛੱਡ ਦਿੱਤਾ। ਪਰ ਸੰਸਾਰ ਸਰੀਰਕ ਤੌਰ ਤੇ ਛੱਡਿਆ, ਸਾਡੇ ਵਿੱਚ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਜਿਉਂਦੀਆਂ ਤਿਉਂ, ਉਹਨਾਂ ਦੀਆਂ ਯਾਦਾਂ, ਉਹਨਾਂ ਦਾ ਅਣਖੀਲਾ ਸੁਭਾਅ ਔਰ ਲਚਕੀਲਾ ਸੁਭਾਅ, ਉਹਨਾਂ ਦੀ ਸਵੈ ਮਾਨਤਾ ਜਿਹੜੇ ਅੰਦਰ ਉਹਨਾਂ ਦੇ ਇੱਕ ਅਣਖ ਸੀਗੀ, ਉਹ ਅਣਖ ਅੱਜ ਵੀ ਸਾਨੂੰ ਵੰਗਾਰਦੀ ਹੈ, ਸਾਨੂੰ ਹਿਲਾਉਣਦੀ ਹੈ, ਸਾਨੂੰ ਸਮਾਜ ਲਈ ਕੁਝ ਚੰਗਾ ਕਰਨ ਵਾਸਤੇ ਪ੍ਰੇਰਨਾ ਦਿੰਦੀ ਹੈ। ਸੰਤੋਖ ਸਿੰਘ ਧੀਰ ਸਾਹਿਬ ਹਮੇਸ਼ਾ ਸਾਡੇ ਚੇਤਿਆਂ ਵਿੱਚ ਵਸੇ ਅਤੇ ਵਸੇ ਰਹਿਣਗੇ। ਵੀ ਜਿਹੜੀ ਵੀਰ ਦੀ ਸ਼ਾਹਕਾਰ ਕਹਾਣੀ ਦੀ ਕੋਈ ਇੱਕ ਸਵਾਰ 1954 'ਚ ਮੇਰੇ ਸਾਹਮਣੇ ਬਹਿ ਕੇ ਲਿਖੀ ਸੀ। ਵੀਰ ਨੇ ਗਿਆਨੀ ਕਾਲਜ ਖੋਲ੍ਹਿਆ ਦੀ ਮੰਡੀ ਗੋਬਿੰਦਗੜ੍ਹ। ਮੈਂ 10ਵੀਂ ਦਾ ਇਮਤਿਹਾਨ ਦੇ ਕੇ ਉਹਨਾਂ ਦੇ ਕਿਲਾ ਸਾਹਮਣੇ ਬੈਠਾ ਸੀ। ਉਹਨਾਂ ਨੇ ਇੱਕ ਕਹਾਣੀ ਲਿਖ ਰਹੇ ਸੀ। ਕਹਾਣੀ ਲਿਖ ਕੇ ਮੈਨੂੰ ਕਹਿੰਦੇ, ਰੀਪੇ ਲੈ ਫੜ, ਆ ਮੈਂ ਕਹਾਣੀ ਲਿਖਿਆ, ਪੜ੍ਹ ਕੇ ਦੇਖ। ਫਿਰ ਮੈਂ ਕਹਾਣੀ ਪੜ੍ਹੀ। ਮੈਨੂੰ ਨਹੀਂ ਸੀ ਪਤਾ ਵੀ ਇੰਨੀ ਸ਼ਾਹਕਾਰ ਕਹਾਣੀ ਹੋਊਗੀ, ਨਾ ਵੀਰ ਨੂੰ ਪਤਾ ਸੀ। ਇਹ ਮਗਰੋਂ ਪਤਾ ਲੱਗਿਆ ਵੀ ਹਾਂ, ਇਹ ਕਹਾਣੀ ਕੋਈ ਕਿਸਮਾਰ ਸ਼ਾਹਕਾਰ ਹੈ। ਹੁੰਦਾ ਮੈਨੂੰ ਬੜੇ ਸੁਪਨੇ ਆਉਂਦੇ ਨੇ ਵੀਰ ਦੇ ਜ਼ਿੰਦਗੀ 'ਚ, ਸਮਝੋ ਮੈਂ ਰੋਜ਼ ਹੀ ਮੈਨੂੰ ਸੁਪਨੇ ਆਉਂਦੇ ਰਹੇ। ਇੱਕ ਵਾਰ ਤਾਂ ਮੈਂ ਇੰਨਾ ਨਿਢਾਲ ਹੋ ਗਿਆ, ਮੈਂ ਇਹ ਕਿਹਾ ਵੀ ਮੈਂ ਜਿੱਥੇ ਵੀਰ ਕੀ ਹੈਗਾ ਆਪਣੇ ਗਿਆ ਹੋਇਆ ਪੀਜੀਆਈ ਵਿੱਚੋਂ ਸੀ, ਉਹਦੀ ਸਰੀਰ ਦਾਨ ਕੀਤਾ ਸੀ। ਮੈਂ ਕਈ ਵਾਰ ਇਹ ਕਹਿੰਦਾ ਰਿਹਾ, ਮੇਰਾ ਹੁਣ ਵੀ ਮੈਂ ਕਹਿ ਰਿਹਾ, ਮੈਂ ਆਪ ਵੀ ਆਪਣਾ ਸਰੀਰ ਦਾਨ ਕੀਤਾ ਹੈ। ਇਸੇ ਕਰਕੇ ਕੀਤਾ ਹੈ ਵੀ ਜਿੱਥੇ ਵੀਰ ਗਿਆ ਹੋਇਆ ਉਹਦੇ ਨਾਲ ਹੀ ਮੈਂ ਪਹਿਲਾਂ ਪਿਆ ਹੋਵਾਂ। ਸਭ ਤੋਂ ਵੱਡਾ ਗੁਣ ਸੀ ਉਹ ਇਹ ਸੀ ਵੀ ਉਹਨਾਂ ਦੀ ਉਂਗਲੀ ਹਮੇਸ਼ਾ ਖੜੀ ਰਹਿੰਦੀ ਸੀ। ਉਹਨਾਂ ਦੇ ਜਾਣ ਤੋਂ ਬਾਅਦ ਫਿਰ ਮੈਂ ਕਵਿਤਾ ਲਿਖੀ। ਪਹਿਲਾਂ ਇੱਕ ਮੈਂ ਲੇਖ ਲਿਖਿਆ, ਵੀਰ ਤੋਂ ਬਿਨਾਂ ਸੰਸਾਰ। ਫਿਰ ਮੇਰੇ ਕੋਲ ਮੈਂ ਇੱਕ ਕਵਿਤਾ ਲਿਖੀ, ਫਿਕਰ ਨਾ ਕਰੀ ਵੀਰ। ਮੈਂ ਕਿਹਾ ਵੀ ਵੀਰ, ਇਹ ਮੈਂ ਕਿਹਾ ਵੀਰ ਤੂੰ ਫਿਕਰ ਨਾ ਕਰੀ, ਜਿਵੇਂ ਤੇਰੀ ਉਂਗਲੀ ਸਾਰੀ ਉਮਰ ਖੜੀ ਰਹੀ ਹੈ, ਤੇਰੀ ਛਾਤੀ ਤਲੀ ਰਹੀ ਹੈ, ਇਸ ਤਰ੍ਹਾਂ ਦਾ ਸਾਡਾ ਮਗਰੋਂ ਪ੍ਰਭਾਰ ਹੈ, ਜਿਹਨੂੰ ਤੀਰ ਪ੍ਰਭਾਰ ਕਹਿੰਦੇ ਨੇ। ਉਹਦੀ ਉਂਗਲੀ ਸਦਾ ਖੜੀ ਰਹੂਗੀ ਅਤੇ ਉਹ ਜਿਹੜਾ ਹੈਗਾ ਉਹਨਾਂ ਦਾ ਜਿਹੜੀ ਛਾਤੀ ਹੈ ਹਮੇਸ਼ਾ ਤਲੀ ਰਹੂਗੀ। ਅੱਜ ਵੀ ਮੈਨੂੰ ਲੱਗਦਾ ਹੈ ਵੀ ਅਸੀਂ ਉਹਨਾਂ ਦੇ ਪਏ ਪੂਰਿਆਂ 'ਤੇ ਚੱਲ ਰਹੇ। ਇਹ ਕਿੰਨਾ ਕੁ ਚੱਲ ਰਹੇ, ਇਹ ਤੁਹਾਨੂੰ ਸਭ ਨੂੰ ਪਤਾ ਹੋਊਗਾ। ਮੈਂ ਨਹੀਂ ਕਹਿ ਸਕਦਾ ਵੀ ਅਸੀਂ ਕਿੰਨਾ ਕੁ ਚੱਲਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਵੀਰ ਸੰਤੋਖ ਸਿੰਘ ਧੀਰ ਦੀ ਵਿਚਾਰਧਾਰਾ ਨੂੰ, ਉਹਨਾਂ ਦੀਆਂ ਕਿਹੜਾ ਗੱਲਾਂ ਬਾਤਾਂ ਨੂੰ ਅਸੀਂ ਅੱਗੇ ਤੋਰੀਏ, ਹੋਰ ਅੱਗੇ ਤੋਰੀਏ। ਮੇਰਾ ਪਹਿਲਾ ਕਦਮ ਜਿਹੜਾ ਸੀ ਪੰਜਾਬੀ ਰੰਗਮੰਚ ਦੇ ਖੇਤਰ 'ਚ ਨਾਟਕਕਾਰ ਦੇ ਵਜੋਂ, ਨਾਟਕੀ ਰੂਪਾਂਤਰ ਦੇ ਵਜੋਂ ਉਹਨਾਂ ਦੀ ਕਹਾਣੀ ਡੈਣ ਰਾਹੀਂ ਮੈਂ ਪਹਿਲਾ ਕਦਮ ਰੱਖਿਆ। ਫਿਰ ਮੈਂ ਉਹਨਾਂ ਦੀ ਕਹਾਣੀ ਮੇਰਾ ਜੁੜਾ ਗਾਂਢੀ ਕੀਤੀ।
ਉਹ ਤੋਂ ਬਾਅਦ 5 ਕਹਾਣੀਆਂ ਉਹਨਾਂ ਦੀਆਂ ਸੀ, ਭੇਤ ਵਾਲੀ ਗੱਲ, ਕੋਈ ਸਵਾਰ, ਸਵੇਰ ਹੋਣ ਤੱਕ, ਸਾਂਝੀ ਕੰਧ, ਗੱਲਾਂ ਲਈ ਗੱਲਾਂ। ਮੈਂ ਕਿਹਾ ਵੀ ਪਾਪਾ ਜੀ, ਮੈਂ ਆਪਣੇ ਤਾਇਆ ਜੀ ਨੂੰ ਬਚਪਨ 'ਚ, ਕਿਉਂਕਿ ਮੈਂ ਬਹੁਤ ਉੱਥੇ ਰਿਹਾ, ਉਹਨਾਂ ਕੋਲ ਰਿਹਾ, ਪਾਪਾ ਜੀ ਕਹਿੰਦਾ ਸੀਗਾ ਆਪਣੇ ਉਹਨਾਂ ਦੇ ਬੱਚਿਆਂ ਦੀ ਰੀਸ, ਤੇ ਮੈਂ ਕਿਹਾ ਪਾਪਾ ਜੀ ਤੁਹਾਡੀਆਂ 5 ਕਹਾਣੀਆਂ ਤੇ ਮੈਂ ਇੱਕ ਨਾਟਕ ਬਣਾਉਣਾ। ਕਹਿੰਦੇ ਦੇਖ ਲਾ ਤੇਰੀ ਮਰਜ਼ੀ ਆ, ਕਿਤੇ ਉਹੀ ਨਾ ਕਿਤੇ ਵੀ ਬੜਾ ਔਖਾ ਕੰਮ ਹੈ 5 ਕਹਾਣੀ, ਇੱਕ ਕਹਾਣੀ ਤਾਂ ਅਕਸਰ ਹੁੰਦੀ ਸੀ, ਲੇਕਿਨ 5 ਕਹਾਣੀਆਂ ਨੂੰ ਇੱਕ ਨਾਟਕ ਦੀ ਲੜੀ 'ਚ ਪੜਾਉਣਾ ਆਪਣੇ ਆਪ 'ਚ ਇੱਕ ਚੈਲੰਜ ਸੀ। ਕਹਿੰਦੇ ਦੇਖ ਲਾ ਕਿਵੇਂ ਕਰਨਾ। ਅਨਮਨੇ ਜੇ ਨਾਲ ਉਹਨਾਂ ਨੇ ਹਾਮੀ ਭਰਤੀ। ਜਦੋਂ ਮੈਂ ਨਾਟਕ ਲਿਖਿਆ, ਸਕ੍ਰਿਪਟ ਸੁਣਾਈ, ਤੇ ਆਪਣੇ ਆਪ 'ਚ ਮੇਰੇ ਖਿਆਲ 'ਚ ਪਹਿਲਾਂ ਨਵੇਕਲਾ ਤੇ ਰਾਬੀ ਸੀ ਪੰਜਾਬੀ ਰੰਗਮੰਚ 'ਚ 5 ਕਹਾਣੀਆਂ ਨੂੰ ਇੱਕ ਲੜੀ 'ਚ ਪੜਾਉਣਾ। ਤੇ ਉਹ ਫਿਰ ਕਿਉਂਕਿ ਤਾਇਆ ਜੀ ਅਕਸਰ ਕਿਸੇ ਮੇਰੀ ਉਹਨਾਂ ਨੇ ਪ੍ਰਸ਼ੰਸਾ ਬਹੁਤ ਘੱਟ ਕੀਤੀ ਹੈ, ਕਦੇ ਬਹੁਤ ਘੱਟ, ਕਦੇ ਰੇਅਰ, ਲੇਕਿਨ ਉਸ ਨਾਟਕ ਤੋਂ ਬਾਅਦ ਉਹਨਾਂ ਨੇ ਖੁਸ਼ ਹੋਏ, ਕਹਿੰਦੇ ਤੂੰ ਮੇਰੀ ਕਹਾਣੀ ਦੇ ਨਾਸ ਨਹੀਂ ਮਾਰਿਆ, ਜਸਟੀਫਾਈ ਕੀਤੇ ਕਹਾਣੀਆਂ। ਤੇ ਦੂਸਰੀ ਗੱਲ, ਬਲਵੰਤ ਗਾਰਗੀ ਤੇ ਤਾਇਆ ਜੀ ਦੇ ਜਿਹੜੇ ਆਪਸ 'ਚ ਤਾਲੁਕਾ ਸੀ, ਸੰਬੰਧ ਸੀ, ਯਾਰਾਨਾ ਸੀ, ਬੜਾ ਮਸ਼ਹੂਰ ਹੈ, ਹਰ ਕੋਈ ਜਾਣਦਾ ਹੈ। ਉਹਨਾਂ ਦੇ ਵਿੱਚ ਮਤਭੇਦ ਹੋ ਗਏ ਸੀ, ਮਨਭੇਦ ਨਹੀਂ, ਮਤਭੇਦ, ਜਿਵੇਂ ਯਾਰਾਂ 'ਚ ਅਕਸਰ ਹੋ ਜਾਂਦੇ ਨੇ। ਕਾਫੀ ਸਮਾਂ ਰਹੇ ਨੇ। ਇੱਕ ਵਾਰ ਮੈਨੂੰ ਗਾਰਗੀ ਸਾਹਿਬ ਕੋਲ ਜਾਣਾ ਸੀ, ਮੈਨੂੰ ਕੰਮ ਸੀ। ਮੈਂ ਕਿਹਾ ਵੀ ਪਾਪਾ ਜੀ ਮੈਂ ਗਾਰਗੀ ਸਾਹਿਬ ਨੂੰ ਮਿਲਾਂ, ਤੁਹਾਡਾ ਮੈਂ ਰੈਫਰੈਂਸ, ਤੁਹਾਡਾ ਮੈਂ ਜ਼ਿਕਰ ਕਰਦਾ ਵੀ। ਨਹੀਂ, ਮੈਂ ਬਿਲਕੁਲ ਲੋੜ ਨਹੀਂ ਮੇਰਾ ਜ਼ਿਕਰ ਕਰਨ ਦੀ। ਇਸ ਕਿਸਮ ਦੀ ਗੱਲ ਕੀਤੀ ਤੇ ਮੈਂ ਗਾਰਗੀ ਸਾਹਿਬ ਕੋਲ ਗਿਆ। ਗਾਰਗੀ ਸਾਹਿਬ ਨਾਲ ਮੈਂ ਜੋ ਮੇਰਾ ਸੀ ਮਕਸਦ ਜਾਣ ਦਾ, ਮੈਂ ਗੱਲ ਕੀਤੀ, ਸਾਰਾ ਬੜੀ ਚੰਗੀ ਤਰ੍ਹਾਂ ਗੱਲ ਹੋਈ, ਚਾਹ ਚੁ ਪੀਤੀ, ਕੌਫੀ ਪੀਤੀ, ਤੇ ਫਿਰ ਮੈਂ ਦੱਸਿਆ ਵੀ ਗਾਰਗੀ ਸਾਹਿਬ ਧੀਰ ਸਾਹਿਬ ਨੂੰ ਜਾਣਦੇ ਹੋ? ਉਹ ਕਹਿੰਦੇ ਕਿਆ ਹਾਲ ਹੈ ਉਹਦਾ, ਗਾਲ ਕੱਢ ਕੇ, ਮਤਲਬ ਕਿਆ ਉਹਦਾ ਧੀਰ ਦਾ। ਤੇ ਮੈਂ ਕਿਹਾ ਜੀ ਮੈਂ ਉਹਦਾ ਭਤੀਜਾ। ਉਹ ਬੱਲੇ ਬੱਲੇ ਬੱਲੇ, ਫਿਰ ਉਹਨੇ ਹੋਰ ਚੰਗੀ ਤਰ੍ਹਾਂ ਮੇਰੇ ਨਾਲ ਗੱਲਬਾਤ ਕੀਤੀ, ਹੋਰ ਕੀਤਾ। ਕਹਿੰਦਾ ਵੀ ਉਹਨੂੰ ਕਹੀਂ ਮੈਂ ਤਾਂ ਕਹਾਂਗਾ ਸਾਗ ਮੱਕੀ ਦੀ ਰੋਟੀ ਬਣਾ ਕੇ ਰੱਖੇ, ਮੈਂ ਮਿਲ ਲਾਉਂਗਾ ਧੀਰ ਨੂੰ। ਤੇ ਜਦੋਂ ਸ਼ਾਮ ਨੂੰ ਫਿਰ ਮੈਂ ਘਰ ਆ ਕੇ ਗੱਲ ਕੀਤੀ, ਮੈਂ ਚੁੱਪ ਕਰਕੇ ਬਹਿ ਗਿਆ, ਮੈਂ ਉਹਨੂੰ ਕੋਈ ਗੱਲ ਨਹੀਂ ਕੀਤੀ। ਮੈਂ ਦੇਖਾਂ ਵੀ ਇਹ ਕੀ ਕਹਿੰਦੇ ਨੇ। ਕਹਿੰਦੇ ਮਿਲਿਆ ਉਹਨੂੰ ਗਾਰਗੀ ਨੂੰ? ਮੈਂ ਕਿਹਾ ਹਾਂਜੀ ਮਿਲਿਆ। ਕੀ ਕਹਿੰਦਾ ਉਹ? ਮੈਂ ਗਾਲ ਕੱਢ ਕੇ ਫਿਰ ਗਿਆ, ਸਾਲਾ ਕੀ ਕਹਿੰਦਾ? ਮੇਰਾ ਨਾਂ ਤਾਂ ਨਹੀਂ ਲਿਆ? ਮੈਂ ਕਿਹਾ ਜੀ ਲਿਆ ਸੀਗਾ। ਮੈਂ ਕਿਹਾ ਵੀ ਉਹਨਾਂ ਨੇ ਆਉਣਾ ਹੈ, ਵੀ ਮੈਂ ਉਹਨਾਂ ਨੇ ਕਿਹਾ ਵੀ ਧੀਰ ਨੂੰ ਕਹੀਂ ਵੀ ਮੈਂ ਕਿਸੇ ਦਿਨ ਆਊਂਗਾ ਫੋਨ ਕਰਕੇ, ਵੀ ਸਾਗ ਮੱਕੀ ਦੀ ਰੋਟੀ ਲੱਸੀ ਬਣਾ ਕੇ ਰੱਖਣ, ਮੈਂ ਆਊਂਗਾ। ਅੱਛਾ। ਜਦੋਂ ਉਹਨਾਂ ਨੇ ਫਿਰ ਫੋਨ ਕੀਤਾ ਗਾਰਗੀ ਨੂੰ, ਜਿਵੇਂ ਆਪਸੀ ਯਾਰ ਖੁੱਲ੍ਹੇ ਮਾਹੌਲ 'ਚ ਗੱਲ ਕਰਦੇ ਨੇ, ਆ ਜਾ ਫਿਰ ਗਾਰਗੀ, ਕਦ ਆਉਣਾ ਹੈ? ਆ ਕੇ ਫੋਨ ਹੋਇਆ। ਤੇ ਇੱਕ ਦਿਨ ਮੈਂ ਕੁਦਰਤੀ ਗਿਆ, ਗਾਰਗੀ ਸਾਹਿਬ ਤੇ ਤਾਇਆ ਜੀ ਧੀਰ ਸਾਹਿਬ ਬੈਠੇ, ਆਪਣੇ ਮੇਰੀ ਤਾਈ ਉਹਨਾਂ ਨੂੰ ਰੋਟੀ ਵਗੈਰਾ ਖਿਲਾ ਰਹੀ ਹੈ, ਬਾਹਰ ਕੋਠੀ ਦੇ ਬਾਹਰ ਲਾਂਚ ਬੈਠੇ ਖਾਣਾ ਖਾ ਰਹੇ ਨੇ, ਬੜੇ ਖੁਸ਼, ਜਿਵੇਂ ਅਕਸਰ ਰੁੱਸੇ ਹੋਏ ਯਾਰ ਗੱਲਾਂ ਕਰਦੇ ਹੁੰਦੇ ਨੇ, ਪੁਰਾਣੀਆਂ ਗੱਲਾਂ, ਯਾਦਾਂ ਹੋਰ। ਤੇ ਮੈਂ ਵਿਸ਼ ਕੀਤੀ, ਮੈਂ ਵੀ ਕੋਲ ਜਾ ਕੇ ਬਹਿ ਗਿਆ। ਮੈਂ ਕਿਹਾ ਗਾਰਗੀ ਸਾਹਿਬ? ਕਹਿੰਦੇ ਹਾਂ ਕਾਕਾ। ਮੈਂ ਕਿਹਾ ਜਦੋਂ ਹੁਣ ਤੁਹਾਡੀ ਕਿਤੇ ਜ਼ਿਕਰ ਹੋਵੇ ਨਾ, ਮੈਂ ਧੀਰ ਸਾਹਿਬ ਨੂੰ ਤਾਇਆ ਜੀ ਨੂੰ ਵੀ ਕਿਹਾ, ਕਿਤੇ ਮੈਂ ਤੁਹਾਡਾ ਕਿਤੇ ਜ਼ਿਕਰ ਹੋਵੇ ਕਿਤੇ ਵੀ ਤੁਹਾਡੀ ਇਹ ਥੋੜੀ ਯਾਰਾਂ ਨਾਲ ਮੁੜ ਕੇ ਕਾਇਮ ਕਿਵੇਂ ਹੋਇਆ, ਉੱਥੇ ਮੇਰਾ ਜ਼ਿਕਰ ਕਰਨਾ ਨਾ ਭੁੱਲਿਓ। ਸਾਹਿਤਕ ਗੁਰੂ ਪ੍ਰਿੰਸੀਪਲ ਸੁਜਾਨ ਸਿੰਘ ਦੀਆਂ ਕਹਾਣੀਆਂ ਤੇ ਗੱਲਾਂ ਪਿੱਛੋਂ ਜਿਸ ਲੇਖਕ ਦੀਆਂ ਕਹਾਣੀਆਂ ਨੂੰ ਮੈਂ ਨਿੱਠ ਕੇ ਪੜ੍ਹਿਆ, ਉਹ ਸਨ ਸੰਤੋਖ ਸਿੰਘ ਧੀਰ ਦੀਆਂ ਮੁੱਢਲੀਆਂ ਕਹਾਣੀਆਂ। ਇਹ 1960-65 ਦੀ ਪਿਛਲ ਝਾਤ ਮੈਨੂੰ ਦੱਸ ਰਹੀ ਹੈ, ਤੇ ਇਹ ਵੀ ਅਹਿਸਾਸ ਹੋ ਰਿਹਾ ਹੈ ਕਿ ਉਹਨਾਂ ਕਹਾਣੀਆਂ ਨੂੰ ਕਦੇ ਵੀ ਮੈਂ ਭੁੱਲ ਨਹੀਂ ਸਕਿਆ। ਮੇਰਾ ਉਜੜਾ ਹੈ ਗੁਆਂਢੀ, ਮਾਮਲਾ, ਸਾਂਝੀ ਕੰਧ ਤੇ ਮੰਗੋ ਜਿਹੀਆਂ ਡੂੰਘੇ ਅਰਥ ਦੇਣ ਵਾਲੀਆਂ ਸ਼ਿਲਪੀ ਕਹਾਣੀਆਂ। ਉਸਨੇ ਹੋਰ ਵੀ ਬੜਾ ਕੁਝ ਲਿਖਿਆ ਸੀ, ਕਵਿਤਾ, ਨਾਵਲ, ਸਵੈ ਜੀਵਨੀਆਤ ਦੇ ਰੂਪ ਵਿੱਚ। ਪਰ ਮੈਨੂੰ ਐਵੇਂ ਲੱਗਦਾ ਹੈ ਕਿ ਧੀਰ ਨੇ ਜੇ ਉਹਨਾਂ ਕਹਾਣੀਆਂ ਤੋਂ ਬਿਨਾਂ ਕੁਝ ਹੋਰ ਨਾ ਵੀ ਲਿਖਿਆ ਹੁੰਦਾ ਤਾਂ ਮੇਰੇ ਲਈ ਉਹ ਇੰਨਾ ਹੀ ਵੱਡਾ, ਪਾਏਦਾਰ
ਤੇ ਲੋਕ ਹਿੱਤੂ ਲੇਖਕ ਗਿਣਿਆ ਜਾ ਸਕਦਾ ਸੀ। ਸੰਤੋਖ ਸਿੰਘ ਧੀਰ ਦੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਨਾਲ ਪੰਜਾਬੀ ਸਾਹਿਤ ਦਾ ਦ੍ਰਿਸ਼ ਤੇ ਦ੍ਰਿਸ਼ਟੀ ਦੋਵੇਂ ਬਦਲ ਜਾਂਦੇ ਆ। ਧੀਰ ਨੇ 1944 ਚ ਉਹਨਾਂ ਦੀ ਪਹਿਲੀ ਕਿਤਾਬ ਆਉਂਦੀ ਆ। 1944 ਤੋਂ ਲੈ ਕੇ 2010 ਤੱਕ 6.5 ਦਹਾਕੇ ਲਗਾਤਾਰ ਉਹ ਲਿਖਦੇ ਰਹੇ। ਕਵਿਤਾ, ਨਾਵਲ, ਕਹਾਣੀ, ਸਵੈ ਜੀਵਨੀ, ਹੋਰ ਬਹੁਤ ਸਾਰੇ ਉਹਨਾਂ ਨੇ ਜਾਨਰ ਤੇ ਹੱਥ ਅਜਮਾਇਆ। ਪਰ ਉਹਨਾਂ ਦੀ ਖੂਬਸੂਰਤੀ ਇਸ ਗੱਲ 'ਚ ਆ ਕਿ ਧੀਰ ਸਾਹਿਬ ਤੋਂ ਪਹਿਲਾਂ ਵੀ ਮਜ਼ਦੂਰ ਤੇ ਕਿਰਤੀ ਕਿਸਾਨਾਂ ਦੇ ਹੱਕ 'ਚ ਕਵਿਤਾ ਲਿਖੀ ਜਾਂਦੀ ਸੀ, ਪਰ ਸਾਡੇ ਬਹੁਤੇ ਕਵੀ ਆਪਣੇ ਮੱਧ ਵਰਗੀ ਪਿਛੋਕੜ ਕਰਕੇ ਉਹ ਉਹਨਾਂ ਨਾਲ ਹਮਦਰਦੀ ਦੀ ਕਵਿਤਾ ਲਿਖਦੇ ਸੀ। ਧੀਰ ਦੇ ਆਉਣ ਨਾਲ ਪਹਿਲੀ ਵਾਰ ਇਹ ਵਾਪਰਿਆ ਕਿ ਪੰਜਾਬੀ ਸੰਸਾਰ ਦੇ ਵਿੱਚ, ਸਾਹਿਤ ਦੇ ਵਿੱਚ ਮਜ਼ਦੂਰ ਦੀ ਦ੍ਰਿਸ਼ਟੀ ਤੋਂ ਲਿਖਿਆ ਜਾਣ ਲੱਗਾ। ਪਹਿਲਾਂ ਮਜ਼ਦੂਰ ਬਾਰੇ ਲਿਖਿਆ ਜਾਂਦਾ ਸੀ। ਧੀਰ ਸਾਹਿਬ ਨੇ ਪਹਿਲੀ ਵਾਰ ਮਜ਼ਦੂਰ ਦੇ ਨੁਕਤਾ ਨਿਗਾਹ ਤੋਂ ਦੁਨੀਆ ਨੂੰ ਦੇਖਿਆ ਤੇ ਮਜ਼ਦੂਰ ਦੇ ਨੁਕਤਾ ਨਿਗਾਹ ਤੋਂ ਆਪਣੇ ਸਮੇਂ ਦੀਆਂ ਸਥਿਤੀਆਂ ਨੂੰ ਉਹਨਾਂ ਨੇ ਬਿਆਨ ਕੀਤਾ। ਇੱਕ ਹੋਰ ਬੜੀ ਦਿਲਚਸਪ ਗੱਲ ਆ ਕਿ ਧੀਰ ਤੋਂ ਪਹਿਲਾਂ ਜਿਹੜਾ ਸਾਡਾ ਪ੍ਰਗਤੀਵਾਦੀ ਕਵੀ ਸੀ, ਉਹ ਮੱਧ ਵਰਗੀ ਪਿਛੋਕੜ ਵਾਲਾ ਹੋਣ ਕਰਕੇ ਉਹ ਰੋਮਾਂਸ ਤੋਂ ਮੁਕਤ ਨਹੀਂ ਸੀ ਹੁੰਦਾ। ਇਸ ਕਰਕੇ ਉਹਨਾਂ ਦੀ ਕਵਿਤਾ ਵਿੱਚ ਸੁਹਜੀਲੇ ਚਿੱਤਰ ਜੀਵਨ ਦੇ ਮਿਲਦੇ ਆ। ਪਰ ਜਦੋਂ ਅਸੀਂ ਧੀਰ ਦੀ ਕਵਿਤਾ ਦੇਖਦੇ ਹਾਂ ਤਾਂ ਧੀਰ ਦੀ ਕਵਿਤਾ 'ਚ ਜਦੋਂ ਧੀਰ ਓਡਣੀ ਵਰਗੀ ਕਵਿਤਾ ਲਿਖਦਾ ਆ, ਜਾਂ ਪੱਠੀ ਵਾਲੀ ਕਵਿਤਾ ਲਿਖਦਾ ਆ, ਜਾਂ ਧੀਰ ਬਾਰੂ ਵਰਗੇ ਆਪਣੇ ਚਿੱਤਰ ਲੈ ਕੇ ਆਉਂਦਾ, ਤਾਂ ਧੀਰ ਦੇ ਆਉਣ ਨਾਲ ਪੰਜਾਬੀ ਸਾਹਿਤ ਦੇ ਵਿੱਚ ਉਹ ਜਿਹੜੀ ਸ਼ਿੰਗਾਰ ਸੀ, ਪਰੰਪਰਾ ਸੀ, ਜਿਹਨੂੰ ਅਸੀਂ ਕਹਾਂਗੇ ਕਿ ਸਾਡੀ ਉਹ ਸਜੀ ਸਵਰੀ ਔਰਤ, ਸਾਡੀ ਉਹ ਮੱਧ ਵਰਗੀ 16 ਕਲਾ ਸੰਪੂਰਨ ਜਾਂ ਸਾਡੀ 16 ਸ਼ਿੰਗਾਰ ਵਾਲੀ ਔਰਤ ਦੀ ਥਾਂ ਤੇ ਪਹਿਲੀ ਵਾਰ ਧੀਰ ਦੀ ਕਵਿਤਾ ਵਿੱਚ ਕਿਰਤੀ ਔਰਤ, ਉਹ ਔਰਤ ਜਿਹੜੀ ਬੜੀ ਸਡੌਲ ਆ, ਜਿਹੜੀ ਬੜੀ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਤਪ ਕੇ ਨਿਕਲੀ ਆ, ਉਹ ਸੁਹਜੀਲੇ ਚਿਹਰਿਆਂ ਦੀ ਥਾਂ ਤੇ ਜਿਹੜਾ ਧੀਰ ਹੈਗਾ ਉਹ ਜ਼ਿੰਦਗੀ ਦੇ ਸੰਘਰਸ਼ ਤੇ ਪਾਤਰਾਂ ਨੂੰ ਚਿਤਰਨ ਦੀ ਕੋਸ਼ਿਸ਼ ਕਰਦਾ ਆ। ਦੂਜੀ ਗੱਲ ਮੈਂ ਸਮਝਦਾ ਕਿ ਧੀਰ ਨੇ ਬਹੁਤ ਸਾਰੀਆਂ ਲਹਿਰਾਂ ਦੇ ਨਾਲ ਦੇਖਿਆ, ਪਰ ਧੀਰ ਦੀ ਖੂਬਸੂਰਤੀ ਉਹਦੀ ਬੇਬਾਕੀ ਕਰਕੇ ਆ। ਧੀਰ ਨੇ ਪੰਜਾਬ ਦੇ ਬਹੁਤ ਮੁਸ਼ਕਲ ਦੌਰ ਵਿੱਚ, ਜਦੋਂ ਸਾਡੇ ਪੰਜਾਬੀ ਲੇਖਕ ਲੁਕਦੇ ਫਿਰਦੇ ਸੀ, ਉਸ ਸਮੇਂ ਵੀ ਧੀਰ ਨੇ ਕਿੰਨਾ ਬਦਮਾਸ਼ ਹੈ ਔਰੰਗਜ਼ੇਬ ਵਰਗੀਆਂ ਕਵਿਤਾਵਾਂ ਲਿਖੀਆਂ। ਔਰ ਦੂਜੀ ਵੱਡੀ ਗੱਲ ਇਹ ਆ ਕਿ ਜੇ ਧੀਰ ਬਹੁਤਾ ਕੁਝ ਨਾ ਲਿਖਦਾ, ਜੇ ਧੀਰ ਸਿਰਫ ਇੱਕੋ ਹੀ ਕਵਿਤਾ ਲਿਖਦਾ, ਨਿੱਕੀ ਸਲੇਟੀ ਸੜਕ ਦਾ ਟੋਟਾ, ਤੇ ਜਾਂ ਧੀਰ ਸਿਰਫ ਇੱਕੋ ਕਹਾਣੀ ਲਿਖਦਾ, ਕੋਈ ਇੱਕ ਸਵਾਲ, ਧੀਰ ਨੇ ਫਿਰ ਵੀ ਏਡਾ ਵੱਡਾ ਲੇਖਕ ਹੋਣਾ ਸੀ। ਨਿੱਕੀ ਸਲੇਟੀ ਸੜਕ ਦਾ ਟੋਟਾ ਮੈਂ ਸਮਝਦਾ ਕਿ ਇਹ ਕਵਿਤਾ ਪੰਜਾਬੀ ਦੀ ਕਲਾਸਿਕ ਕਵਿਤਾ ਆ। ਇਹਨੂੰ ਸੰਸਾਰ ਦੀ ਕਿਸੇ ਵੀ ਕਵਿਤਾ ਦੇ ਨਮੂਨੇ ਦੇ ਵਿੱਚ ਮੁਕਾਬਲੇ ਤੇ ਰੱਖਿਆ ਜਾ ਸਕਦਾ, ਕਿਉਂਕਿ ਇਸ ਕਵਿਤਾ ਵਿੱਚ ਇੱਕ ਪਾਸੇ ਦੋ ਪ੍ਰੇਮੀਆਂ ਦੇ ਪ੍ਰੇਮ ਰਤੇ ਜਜ਼ਬਾਤ ਨੇ, ਤੇ ਦੂਜੇ ਪਾਸੇ ਅਮਨ ਲਹਿਰ ਦਾ ਦੌਰ ਆ, ਜਦੋਂ ਧੀਰ ਇਹ ਕਹਿ ਰਿਹਾ ਕਿ ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ ਜਿੱਥੇ ਬਸਣ ਤਿਆਰ ਹੈ, ਤੇ ਨਾਲ ਹੀ ਕਹਿ ਰਿਹਾ ਕਿ ਜਿੰਨੀ ਦੇਰ ਸਾਡੀ ਜਾਨ 'ਚ ਜਾਨ ਆ, ਅਸੀਂ ਇਸ ਸੰਸਾਰ ਦੇ ਉੱਤੇ ਅਮਨ ਰੱਖਣਾ, ਜੰਗ ਨਹੀਂ ਹੋਣ ਦੇਣਾ। ਇਸ ਕਰਕੇ ਉਹ ਕਹਿ ਰਿਹਾ ਕਿ ਇਹ ਪਿੰਡ ਮੈਨੂੰ ਇਸ ਕਰਕੇ ਪਿਆਰਾ, ਇਹ ਸੜਕ ਮੈਨੂੰ ਇਸ ਕਰਕੇ ਪਿਆਰੀ ਆ, ਇਹ ਸੰਸਾਰ ਮੈਨੂੰ ਇਸ ਕਰਕੇ ਪਿਆਰਾ ਆ, ਇਹ ਬ੍ਰਹਿਮੰਡ ਮੈਨੂੰ ਇਸ ਕਰਕੇ ਪਿਆਰਾ ਹੈ ਕਿ ਇੱਥੇ ਮੇਰੇ ਮਿੱਤਰ ਪਿਆਰੇ ਵਸਦੇ ਨੇ। ਸੋ ਅਸੀਂ ਦੇਖਦੇ ਹਾਂ ਕਿ ਧੀਰ 1956 ਦੇ ਵਿੱਚ ਇਹ ਕਵਿਤਾ ਲਿਖਦਾ ਆ, 57 ਦੇ ਵਿੱਚ ਉਹ ਕਹਾਣੀ ਲਿਖਦਾ, ਕੋਈ ਇੱਕ ਸਵਾਰ। ਇਸ ਸਮੇਂ ਧੀਰ ਦੀ ਚੇਤਨਾ 'ਚ ਇੱਕ ਬਹੁਤ ਵੱਡਾ ਪਲਟਾ ਆਉਂਦਾ ਹੈ। 55-56 ਦੇ ਵਿੱਚ ਜਾ ਕੇ ਧੀਰ ਬਹੁਤ ਵੱਡੇ ਪੱਧਰ ਤੇ ਧੀਰ ਦੀ ਆਪਣੀ ਦ੍ਰਿਸ਼ਟੀ ਬਦਲਦੀ ਹੈ, ਕਿਉਂਕਿ ਇਹ ਉਹ ਸਮਾਂ ਸੀ ਜਦੋਂ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਸੀ ਤੇ ਸਾਡੇ ਮੱਧ ਵਰਗ ਦੀਆਂ ਅਸ਼ਾਵਾਂ ਦੇ ਉੱਤੇ ਪਾਣੀ ਫਿਰਨਾ ਸ਼ੁਰੂ ਹੋ ਗਿਆ ਸੀ। ਤਲਗਾਨਾ ਵਰਗੀਆਂ ਮੂਵਮੈਂਟ ਉਸ ਰਹੀਆਂ ਸੀ। ਹਿੰਦੁਸਤਾਨ ਜਿਸ ਮਕਸਦ ਲਈ ਆਜ਼ਾਦ ਹੋਇਆ ਸੀ ਉਹ ਪੂਰਾ ਨਹੀਂ ਸੀ ਹੁੰਦਾ ਦਿਸ ਰਿਹਾ, ਤੇ ਇਸ ਕਰਕੇ ਧੀਰ ਤੇ ਧੀਰ ਦੇ ਸਮਕਾਲੀ ਜਿਹੜੇ ਸੀ ਉਹ ਇੱਕ ਨਵੀਂ ਦ੍ਰਿਸ਼ਟੀ ਤੋਂ ਸੰਸਾਰ ਨੂੰ ਤੇ ਦੁਨੀਆ ਨੂੰ ਦੇਖਣਾ ਸ਼ੁਰੂ ਕਰਦੇ ਆ। ਮੈਂ ਸਮਝਦਾ ਕਿ ਇਹੀ ਧੀਰ ਦੀ ਪ੍ਰਾਪਤੀ ਹੈ। ਇਹ ਧੀਰ ਸਾਹਿਬ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ ਜਿਹਨੂੰ ਇਸ ਵੇਲੇ ਮਨਾਇਆ ਜਾ ਰਿਹਾ ਹੈ, ਔਰ ਮੈਂ ਸੋਚਦਾ ਕਿ ਇਸ ਵਰ੍ਹੇ ਨੂੰ ਮਨਾਉਣ ਦਾ ਮਤਲਬ ਉਹਨਾਂ ਦੇ ਭਰਪੂਰ ਜੀਵਨ ਦਾ ਜਸ਼ਨ ਮਨਾਉਣਾ ਵੀ ਹੈ। ਮੈਨੂੰ ਇਸ ਗੱਲ ਦਾ ਪਤਾ ਹੈ ਕਿ 9 ਦਹਾਕਿਆਂ ਦਾ ਆਪਣਾ ਉਹਨਾਂ ਨੇ ਜਿਹੜਾ ਜੀਵਨ ਗੁਜ਼ਾਰਿਆ, ਉਹਦੇ ਵਿੱਚ ਆਰਥਿਕ ਤੰਗੀਆਂ ਤੁਰਸ਼ੀਆਂ ਤੋਂ ਲੈ ਕੇ ਬੜੇ ਮਾਰੂ ਸਦਮਿਆਂ ਤੱਕ ਨੂੰ ਧੀਰ ਸਾਹਿਬ ਨੂੰ ਸਹਿਣਾ ਪਿਆ। ਔਰ ਇਹ ਅਜਿਹੀਆਂ ਦੁਸ਼ਵਾਰੀਆਂ ਸਨ ਜਿਹੜੀਆਂ ਕਿਸੇ ਵਿਰਲੇ ਮੰਦਭਾਗੇ ਦੇ ਹਿੱਸੇ ਹੀ ਆਉਂਦੀਆਂ ਨੇ। ਪਰ ਧੀਰ ਜੀ ਦੀ ਵੱਡੀ ਜਿਹੜੀ ਖਾਸੀਅਤ ਸੀ ਉਹ ਇਹ ਸੀ ਕਿ ਉਹ ਹਰ ਵਿਪਤਾ ਤੋਂ ਉਭਰ ਸਕਣ ਵਾਲੇ ਮਾਦੇ ਵਾਲੇ ਮਨੁੱਖ ਸਨ। ਇਹੋ ਜਿਹੀ ਹਿੰਮਤ ਤੇ ਹੌਸਲਾ ਵੀ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੇ ਨੇ। ਹਰ ਮਰਹਲੇ, ਹਰ ਦੁਸ਼ਵਾਰੀ ਨੂੰ ਪਾਰ ਕਰਦੇ ਹੋਏ ਉਹ ਆਪਣੀ ਆਖਰੀ ਦੌਰ ਤੱਕ ਬਤੌਰ ਰਚਨਾਕਾਰ ਸਰਗਰਮ ਰਹੇ। ਔਰ ਪੰਜਾਬੀ ਸਾਹਿਤ ਵਿੱਚ ਉਹਨਾਂ ਦੀ ਇੰਨੀ ਵੱਡੀ ਔਰ ਨਿਵੇਕਲੀ ਥਾਂ ਹੈ ਕਿ ਉਹਨਾਂ ਦੀ ਜਿਹੜੀ ਦੇਣ ਹੈ ਉਹਨੂੰ ਕੋਈ ਵਕਤੀ ਝੁਕਾ ਜਾਂ ਕਿਸੇ ਕਿਸਮ ਦੇ ਥੋੜ ਚਿਰੇ ਚੇਤੇ ਜਿਹੜੇ ਨੇ ਉਹ ਉਹਨੂੰ ਮੇਟ ਨਹੀਂ ਸਕਦੇ।
ਧੀਰ ਜੀ ਮੇਰੇ ਮਰਹੂਮ ਪਿਤਾ ਜਗਜੀਤ ਸਿੰਘ ਆਨੰਦ ਦੇ ਪੁਰਾਣੇ ਸਾਥੀ ਸਨ। ਦੋਵਾਂ ਦੀ ਇੱਕੋ ਵਿਚਾਰਧਾਰਾ ਸੀ, ਦੋਵੇਂ ਇੱਕੋ ਦਲ ਨਾਲ ਜੁੜੇ ਹੋਏ ਸਨ। ਸੋ ਮੈਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਮੈਂ ਉਹਨਾਂ ਨੂੰ ਬਚਪਨ ਤੋਂ ਵੇਖਦਾ ਆਇਆ ਸਾਂ। ਪਾਠਕ ਤੇ ਉਹਨਾਂ ਦਾ ਮੈਂ ਬਹੁਤ ਪਿੱਛੋਂ ਜਾ ਕੇ ਬਣਿਆ। ਉਹਨਾਂ ਨੇ ਮੈਨੂੰ ਨਿੱਕੇ ਹੁੰਦੇ ਨੂੰ ਵੇਖਿਆ ਹੋਇਆ ਸੀਗਾ, ਪਰ ਮੈਂ ਫਿਰ ਬੜੇ ਸਾਲ ਬਾਹਰ ਰਿਹਾ ਹਿੰਦੁਸਤਾਨ ਤੋਂ, ਤੇ ਆ ਕੇ ਮੈਂ ਰੂਸ ਦੇ ਆਪਣੇ ਤਜਰਬਿਆਂ ਦੇ ਆਧਾਰ 'ਤੇ ਨਵਾਂ ਜ਼ਮਾਨਾ 'ਚ ਕਿਸ਼ਤਵਾੜ ਲਿਖਣਾ ਸ਼ੁਰੂ ਕੀਤਾ। 90ਵਿਆਂ ਦੇ ਸ਼ੁਰੂ ਦੀ ਗੱਲ ਹੈ। ਧੀਰ ਸਾਹਿਬ ਇੱਕ ਤੇ ਨਵਾਂ ਜ਼ਮਾਨਾ ਦੇ ਦਫ਼ਤਰ ਆਏ। ਉਹਨਾਂ ਤੇ ਮੈਨੂੰ ਕੀ ਪਛਾਣਨਾ ਸੀ, ਕਿਉਂਕਿ ਉਹਨਾਂ ਨੇ ਮੈਨੂੰ ਬੱਚੇ ਨੂੰ ਬਾਲ ਨੂੰ ਹੀ ਦੇਖਿਆ ਹੋਇਆ ਸੀ। ਮੈਂ ਆਪਣਾ ਤਾਰਫ ਕਰਾਇਆ ਕਿ ਧੀਰ ਸਾਹਿਬ ਮੈਂ ਸੁਕੀਰਤ ਹਾਂ। ਉਹਨਾਂ ਨੇ ਤੇ ਜੀ ਮੈਨੂੰ ਜੱਫੀ ਪਾ ਲਈ। ਕਹਿਣ ਲੱਗੇ, ਯਾਰ ਮੈਂ ਤਾਂ ਤੈਨੂੰ ਫੋਨ ਕਰਨਾ ਸੀ, ਤੂੰ ਤੇ ਲਿਖਦਾ ਹੀ ਬਹੁਤ ਵਧੀਆ, ਔਰ ਤੈਨੂੰ ਕਹਿਣਾ ਸੀ ਵੀ ਤੂੰ ਕਹਾਣੀਆਂ ਲਿਖ। ਮੈਂ ਹੱਸ ਪਿਆ। ਮੈਂ ਕਿਹਾ, ਧੀਰ ਸਾਹਿਬ ਮੈਂ ਕਹਾਣੀਆਂ ਕੀ ਲਿਖਣੀਆਂ, ਸਾਰੀ ਉਮਰ ਸ਼ਹਿਰਾਂ 'ਚ ਰਿਹਾ, ਅੱਧੀ ਉਮਰ ਹਿੰਦੁਸਤਾਨ ਤੋਂ ਬਾਹਰ ਗੁਜ਼ਾਰੀ ਹੈ, ਤੇ ਮੇਰਾ ਤੇ ਕੋਈ ਪੇਂਡੂ ਪਿਛੋਕੜ ਵੀ ਨਹੀਂ ਹੈ, ਤੇ ਮੈਂ ਪੰਜਾਬੀ 'ਚ ਕਹਾਣੀ ਕਿਵੇਂ ਲਿਖਾਂਗਾ। ਕਹਿਣ ਲੱਗੇ, ਤੈਨੂੰ ਕਿਹਾ ਕਿੰਨੇ ਕਿ ਤੂੰ ਪੇਂਡੂ ਪਿਛੋਕੜ ਦੀਆਂ ਕਹਾਣੀਆਂ ਲਿਖ, ਉਹ ਕੰਮ ਕਰਨ ਲਈ ਸਾਡੇ ਵਰਗੇ ਲੋਕ ਬਥੇਰੇ ਨੇ। ਤੂੰ ਉਹਨਾਂ ਤਜਰਬਿਆਂ ਦੀਆਂ ਕਹਾਣੀਆਂ ਲਿਖ ਜਿਨ੍ਹਾਂ ਵਿੱਚੋਂ ਤੂੰ ਲੰਘਿਆ, ਤੂੰ ਉਸ ਜ਼ਿੰਦਗੀ ਨੂੰ ਪੇਸ਼ ਕਰ ਜਿਹੜੀ ਜ਼ਿੰਦਗੀ ਦੀ ਸਮਝ ਤੈਨੂੰ ਹੈ। ਤੇ ਮੈਂ ਬਿਨਾਂ ਕਿਸੇ ਅਤਕਥਨੀ ਦੇ ਗੱਲ ਕਹਿਣੀ ਚਾਹਾਂਗਾ ਕਿ ਸ਼ਾਇਦ ਜੇ ਮੈਨੂੰ ਧੀਰ ਸਾਹਿਬ ਕਹਾਣੀ ਲਿਖਣ ਵਾਲੇ ਪਾਸੇ ਨਾ ਤੱਕਦੇ ਤੇ ਮੈਂ ਕਹਾਣੀਆਂ ਲਿਖਣੀਆਂ ਹੀ ਨਾ ਸ਼ੁਰੂ ਕਰਦਾ। ਤੇ ਆਪਣੀ ਗੱਲ ਮੈਂ ਇੱਕ ਇਹ ਕਹਿੰਦਿਆਂ ਮੁਕਾਉਣਾ ਚਾਹਾਂਗਾ ਕਿ ਧੀਰ ਸਾਹਿਬ ਦੀ ਬੜੀ ਵੱਡੀ ਦੇਣ ਹੈ। ਜਿਵੇਂ ਮੈਂ ਕਿਹਾ ਹੋਇਆ, ਉਹਨਾਂ ਦੀ ਇੱਕ ਇੱਕ ਕਹਾਣੀ ਜਿਹੜੀ ਹੈ ਨਾ, ਉਹ ਸ਼ਾਹਕਾਰ ਹੋ ਸਕਦੀ। ਕਿਸੇ ਨੂੰ ਮੰਗੋ ਪਸੰਦ ਹੈ, ਕਿਸੇ ਨੂੰ ਕੋਈ ਇੱਕ ਸਵਾਰ ਪਸੰਦ ਹੈ, ਪਰ ਮੈਂ ਕਈ ਵਾਰੀ ਸੋਚਦਾ ਕਿ ਜੇ ਸਾਰੀ ਉਮਰ ਦੀ ਘਾਲਣਾ ਘਾਲ ਕੇ ਵੀ ਮੈਂ ਸਵੇਰ ਹੋਣ ਤੱਕ ਵਰਗੀ ਸਿਰਫ ਇੱਕ ਕਹਾਣੀ ਲਿਖ ਸਕਾਂ, ਤੇ ਮੈਂ ਸੋਚਾਂਗਾ ਕਿ ਧੀਰ ਸਾਹਿਬ ਨੇ ਮੈਨੂੰ ਜਿਹੜੇ ਰਾਹ ਤੱਕਿਆ ਸੀ ਉਹ ਸਹੀ ਸੀ, ਤੇ ਮੈਂ ਧੀਰ ਸਾਹਿਬ ਨੂੰ ਸ਼ਰਧਾਂਜਲੀ ਪੂਰੀ ਤਰ੍ਹਾਂ ਪੇਸ਼ ਕਰ ਸਕਿਆ। ਸਾਲ 1975 ਵਿੱਚ ਜਦੋਂ ਮੈਂ ਪਹਿਲੀ ਵਾਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮੀਟਿੰਗ ਵਿੱਚ ਸ਼ਾਮਲ ਹੋਇਆ, ਉਸ ਮੀਟਿੰਗ ਵਿੱਚ ਸੰਤੋਖ ਸਿੰਘ ਧੀਰ ਜੀ ਅਤੇ ਅਜੈਬ ਚਿੱਤਰਕਾਰ ਜੀ ਸ਼ਾਮਲ ਸਨ। ਉਹ ਮੀਟਿੰਗ ਸਰਕਾਰੀ ਹਾਈ ਸਕੂਲ ਦਰਾਹਾ ਵਿਖੇ ਹੋ ਰਹੀ ਸੀ। ਇਸੇ ਸਕੂਲ ਵਿੱਚ ਮੈਂ 9ਵੀਂ ਅਤੇ 10ਵੀਂ ਜਮਾਤ ਵਿੱਚ ਪੜ੍ਹਦਾ ਰਿਹਾ ਸੀ। ਮੈਨੂੰ ਪਹਿਲੀ ਮੀਟਿੰਗ ਵਿੱਚ ਹੀ ਸ਼੍ਰੀ ਸੰਤੋਖ ਸਿੰਘ ਧੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਹੋ ਗਿਆ, ਜੋ ਹੁਣ ਤੱਕ ਵੀ ਮੇਰਾ ਮਾਰਗਦਰਸ਼ਨ ਕਰਦਾ ਰਿਹਾ ਹੈ। ਉਹਨਾਂ ਨੇ ਆਪਣੀਆਂ ਪ੍ਰਸਿੱਧ ਕਹਾਣੀਆਂ ਰਾਮਪੁਰ ਦੀ ਸਭਾ ਵਿੱਚ ਸੁਣਾਈਆਂ। ਉਹ ਮੀਟਿੰਗਾਂ ਵਿੱਚ ਸ਼ਾਮਲ ਲੇਖਕਾਂ ਨੂੰ ਅਗਾਂਹ ਵਧੂ ਨਜ਼ਰੀਏ ਤੋਂ ਸਹੀ ਸੇਧ ਦਿੰਦੇ ਸਨ। ਸਭਾ ਦੇ ਵਿਕਾਸ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਮਨ ਲਹਿਰ ਵੇਲੇ ਸੰਤੋਖ ਸਿੰਘ ਧੀਰ ਜੀ, ਅਜੈਬ ਚਿੱਤਰਕਾਰ ਸੁਰਜੀਤ ਰਾਮਪੁਰੀ ਅਤੇ ਗੁਰਚਰਨ ਰਾਮਪੁਰੀ, 4 ਜਣਿਆਂ ਦੀ ਟੋਲੀ ਅਮਨ ਅਤੇ ਅਗਾਂਹ ਵਧੂ ਵਿਚਾਰਧਾਰਾ ਦੇ ਗੀਤ ਗਾਉਣ, ਕਵਿਤਾਵਾਂ ਪੜ੍ਹਨ ਕਰਕੇ ਮਸ਼ਹੂਰ ਸੀ। ਉਹ ਕਹਿੰਦੇ ਹੁੰਦੇ ਸਨ, ਰਾਮਪੁਰੀ ਸ਼ਬਦ ਦਾ ਅਰਥ ਅੱਜ ਇੱਕ ਕਵੀ ਜਾਂ ਲੇਖਕ ਹੋਣਾ ਹੈ। ਕੇਵਲ ਕਵੀ ਜਾਂ ਲੇਖਕ ਹੋਣਾ ਹੀ ਨਹੀਂ, ਸੂਝਾਂ ਭਰਿਆ, ਪਿਆਰਾਂ ਭਰਿਆ, ਲੋਕ ਹਿਤੈਸ਼ੀ ਕਵੀ ਹੋਣਾ ਹੈ। ਉਹ ਕਹਿੰਦੇ ਸਨ ਕਿ ਰਾਮਪੁਰ ਲੇਖਕਾਂ ਦੀ ਜ਼ਿਆਰਤ ਗਾਹ ਹੈ। ਧੀਰ ਸਾਹਿਬ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਣੇ, ਉਸ ਸਮੇਂ ਮੈਨੂੰ ਬਤੌਰ ਮੀਤ ਪ੍ਰਧਾਨ ਉਹਨਾਂ ਦੇ ਨਾਲ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ। ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਧੀਰ ਸਾਹਿਬ ਜੀ ਦੀ ਸਾਹਿਤਕ ਦੇਣ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਿੱਚ ਪਾਏ ਯੋਗਦਾਨ ਸਦਕਾ ਉਹਨਾਂ ਨੂੰ ਸਭਾ ਵੱਲੋਂ ਸੁਰਜੀਤ ਰਾਮਪੁਰੀ ਪੁਰਸਕਾਰ ਦਿੱਤਾ ਗਿਆ। ਮੈਨੂੰ ਸਾਡੇ ਘਰ ਅਤੇ ਮੇਰੇ ਦਫ਼ਤਰ, ਜੋ ਕਿ ਪ੍ਰਤਾਪ ਚੌਂਕ ਲੁਧਿਆਣਾ ਵਿੱਚ ਸੀ, ਧੀਰ ਸਾਹਿਬ ਨਾਲ ਹੋਈਆਂ ਮਿਲਣੀਆਂ ਹਮੇਸ਼ਾ ਯਾਦ ਆਉਂਦੀਆਂ ਰਹਿਣਗੀਆਂ। ਕਿਸੇ ਵੀ ਇਨਸਾਨ ਦਾ ਜੀਵਨ ਇਸ ਧਰਤੀ ਦੇ ਉੱਤੇ
ਭਾਵੇਂ ਕਿ ਇੱਕ ਸੁਪਨੇ ਵਾਂਗ ਹੁੰਦਾ ਹੈ, ਪਰ ਇਸ ਜੀਵਨ ਸਫ਼ਰ ਦੌਰਾਨ ਉਹ ਜਿੱਥੇ ਕੁਝ ਸੁਪਨੇ ਸਿਰਜਦਾ ਹੈ, ਉੱਥੇ ਨਾਲ ਦੀ ਨਾਲ ਕੁਝ ਆਪਣੇ ਵੱਲੋਂ ਯੋਗਦਾਨ ਵੀ ਪਾਉਂਦਾ ਹੈ ਅਤੇ ਲੇਖਕਾਂ ਸਾਹਿਤਕਾਰਾਂ ਵੱਲੋਂ ਅਜਿਹਾ ਯੋਗਦਾਨ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸੰਤੋਖ ਸਿੰਘ ਧੀਰ ਹੋਰਾਂ ਨੇ ਆਪਣੇ ਜਨਮ ਤੋਂ ਲੈ ਕੇ ਆਪਣੇ ਆਖਰੀ ਸਮੇਂ ਤੱਕ ਇਹ ਯੋਗਦਾਨ ਨਿਰੰਤਰ ਜਾਰੀ ਰੱਖਿਆ। ਅਨੇਕਾਂ ਪੁਸਤਕਾਂ ਅਤੇ ਬਹੁਤ ਸਾਰੇ ਜਿੱਥੇ ਉਹਨਾਂ ਨੂੰ ਮਾਣ ਸਨਮਾਨ ਅਤੇ ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਜਿੱਥੇ ਜਾ ਕੇ ਆਪਣੀਆਂ ਰਚਨਾਵਾਂ ਸਟੇਜਾਂ ਤੋਂ ਪੜ੍ਹੀਆਂ, ਟੀਵੀ ਚੈਨਲਾਂ 'ਤੇ ਪੜ੍ਹੀਆਂ, ਉੱਥੇ ਨਾਲ ਦੀ ਨਾਲ ਮਹਿਫਲਾਂ ਵੀ ਸਜਾਈਆਂ। ਸੰਤੋਖ ਸਿੰਘ ਧੀਰ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸਨ ਅਤੇ ਉਹ ਸੰਸਥਾ ਜੋ ਕਿ ਅੱਜ ਵੀ ਮਹਿਕ ਬਖੇਰ ਰਹੀ ਹੈ। 8 ਫਰਵਰੀ 2010 ਦਾ ਉਹ ਅਭਾਗਾ ਦਿਨ ਜਦੋਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਗਏ, ਪਰ ਉਹਨਾਂ ਦੇ ਜਾਣ ਮਗਰੋਂ ਵੀ ਉਹਨਾਂ ਨੇ ਆਪਣੇ ਸਰੀਰ ਨੂੰ ਚੰਡੀਗੜ੍ਹ ਦੇ PGI ਹਸਪਤਾਲ ਨੂੰ ਸੰਪੂਰਨ ਰੂਪ ਦੇ ਵਿੱਚ ਦਾਨ ਕਰ ਦਿੱਤਾ ਅਤੇ PGI ਵੱਲੋਂ ਉਹਨਾਂ ਦੇ ਇਸ 5 ਭੂਤਕ ਸਰੀਰ ਨੂੰ ਸਵੀਕਾਰਨ ਤੋਂ ਬਾਅਦ ਪਰਿਵਾਰ ਨੂੰ 5 ਬੂਟੇ ਦਿੱਤੇ ਗਏ, ਜਿਹੜੇ ਕਿ ਉਸ ਪਰਿਵਾਰ ਵੱਲੋਂ ਲਗਾਏ ਗਏ ਹਨ ਅਤੇ ਜੋ ਕਿ ਵੱਡੇ ਹੋ ਰਹੇ ਹਨ, ਛਾਂ ਦੇ ਰਹੇ ਹਨ ਅਤੇ ਫਲ ਵੀ ਦੇ ਰਹੇ ਹਨ। ਸੋ ਇਹ ਸੀ ਇੱਕ ਅਜਿਹੀ ਸ਼ਖਸੀਅਤ ਦੇ ਜੀਵਨ ਬਾਰੇ ਝਾਤ, ਜਿਨ੍ਹਾਂ ਨੂੰ ਅੱਜ ਅਸੀਂ ਉਹਨਾਂ ਦੀ 100ਵੇਂ ਜਨਮ ਸ਼ਤਾਬਦੀ ਦੇ ਉੱਤੇ ਨਮਨ ਕਰਦੇ ਹਾਂ, ਸ਼ਰਧਾਂਜਲੀ ਭੇਂਟ ਕਰਦੇ ਹਾਂ ਅਤੇ ਯਾਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਦੱਸੇ ਗਏ ਮਾਰਗ ਦੇ ਉੱਤੇ ਚੱਲਣ ਦੀ ਪ੍ਰੇਰਨਾ ਲੈਣ ਦੇ ਲਈ। ਧੰਨਵਾਦ।